ज्ञान अंजन गुर दिया, ज्ञान अंधेर विनाश। हर कृपा ते संत भेटिया, नानक मन परगास। यही कुल ते प्रगट होए, ताहि कुल को नाम। द्वादश गुरिंड को मेरी है प्रणाम। जेते दोजक बने है बिन साफा कारण, फड़ अग्नि जब पावसन, जल करे पुकारन। रंक राव है एक सम, कुछ तहाँ न कानी। कीड़ी की पहले सुने, गर्भन पिछवानी। परम सत्कारयोग हाजरीन साध संगत जी, इस पावन पवित्र सचखंड दरबार ਦੀ ਹਾਜ਼ਰੀ ਭਰਦੇ ਹੋਏ ਦਾਸ ਦੀ ਹਾਜ਼ਰੀ ਪ੍ਰਵਾਨ ਕਰਨ ਦੇ ਵਾਸਤੇ ਸਭ ਮਾਈ ਭਾਈ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ। ਧੰਨ ਸ੍ਰੀ ਸਤਿਗੁਰੂ ਰਾਮ ਸਿੰਘ। ਆਪ ਵਡਭਾਗੇ ਹੋ ਜੋ ਕਿ ਦੂਰ ਨੇੜੇ ਤੋਂ ਆਪਣੇ ਗੁਰਸਿੱਖੀ ਜੀਵਨ ਦਾ ਪ੍ਰੇਮ ਤੇ ਪਿਆਰ ਦਾ ਸਬੂਤ ਦਿੰਦੇ ਹੋਏ ਆਪਣੀ ਸਾਰੀ ਦਿਹਾੜੀ ਦੀ ਥਕਾਵਟ ਦੀ ਨਾ ਪ੍ਰਵਾਹ ਕਰਦੇ ਹੋਏ ਇਸ ਸਮੇਂ ਨੂੰ, ਇਹਨਾਂ ਸਵਾਸਾਂ ਨੂੰ, ਇਸ ਸੰਸਾਰਕ ਜੀਵਨ ਯਾਤਰਾ ਨੂੰ, ਇਹਨਾਂ ਕਲਯੁਗ ਦੀਆਂ ਘੋਰ ਭਿਆਨਕ ਘੜੀਆਂ ਨੂੰ ਸਫਲ ਕਰਨ ਦੇ ਵਾਸਤੇ ਸਾਧ ਸੰਗਤ ਦੇ ਰੂਪ ਚ ਬੈਠ ਕੇ ਸਾਧ ਸੰਗਤ ਦੇ ਦਰਸ਼ਨ, ਨਾਮ ਸਿਮਰਨ ਦੀ ਪ੍ਰਾਪਤੀ, ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਇਹਨਾਂ ਮਨੁੱਖੀ ਮਨਾਂ ਨੂੰ ਗਿਆਨ ਦੀ ਪ੍ਰਾਪਤੀ ਕਰਕੇ ਸਫਲ ਹੋਣ ਦੇ ਵਾਸਤੇ ਗੁਰਬਾਣੀ, ਗੁਰੂ ਉਪਦੇਸ਼, ਗੁਰ ਇਤਿਹਾਸ ਤੇ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਜਦੋਂ ਸਤਿਗੁਰਾਂ ਦੇ ਉਪਦੇਸ਼, ਗੁਰਬਾਣੀ ਨੂੰ ਪੜ੍ਹੋ ਸੁਣੋਗੇ, ਇਹਨਾਂ ਮਨੁੱਖੀ ਮਨਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਕਰਨ ਦੇ ਵਾਸਤੇ ਰੋਚਕ, ਭਿਆਨਕ ਤੇ ਯਥਾਰਥ ਤਿੰਨ ਪ੍ਰਕਾਰ ਦਾ ਪ੍ਰਚਾਰ ਕਰਨ ਦਾ ਢੰਗ ਵਰਤਿਆ ਸਾਧ ਸੰਗਤ ਜੀ। ਕਿਸੇ ਢੰਗ ਦੇ ਨਾਲ ਮਨੁੱਖੀ ਮਨਾਂ ਨੂੰ ਗਿਆਨ ਪ੍ਰਾਪਤ ਹੋਵੇ ਸਾਧ ਸੰਗਤ ਜੀ। ਜਿਸ ਗਿਆਨ ਦੀ ਪ੍ਰਾਪਤੀ ਦੇ ਨਾਲ ਇਹ ਮਨੁੱਖਾ ਦੇ 84 ਲੱਖ ਜੂਨ ਸਫਲ ਹੋਵੇ। ਇੱਥੇ ਦਸਮੇਸ਼ ਪਾਤਸ਼ਾਹ ਜਿਹੜਾ ਭਿਆਨਕ ਹੈ ਸਾਧ ਸੰਗਤ ਜੀ, ਰੋਚਕ ਰੁਚੀ ਨੂੰ ਵਧਾਉਣ ਵਾਲਾ, ਭਿਆਨਕ ਡਰ ਦੇਣ ਵਾਲਾ, ਯਥਾਰਥ ਪਿਆਰ ਪੈਦਾ ਕਰਨ ਵਾਲਾ ਸਾਧ ਸੰਗਤ, ਤਿੰਨ ਪ੍ਰਕਾਰ ਦੇ ਪ੍ਰਚਾਰ ਦੇ ਢੰਗ ਨੇ। ਇੱਥੇ ਹਜ਼ੂਰ ਪਾਤਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ, ਕਹਿੰਦੇ ਨੇ ਔਰੰਗਜ਼ੇਬ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਣ ਮਾਧਾਣੀਆਂ ਤਿਉ ਮੱਥੇ ਧਰਮ ਰਾਏ। ਸਾਧ ਸੰਗਤ ਜੀ ਤਸ਼ਬੀਹ ਦਿੱਤੀ ਹੈ। ਇਸ ਤਰ੍ਹਾਂ ਆ ਤੁਸੀਂ ਵੇਖਦੇ ਹੋ ਨਾ, ਆਪਾਂ ਦੁੱਧ ਨੂੰ ਜਾਗ ਲਾ ਕੇ ਤੇ ਦਹੀਂ ਤਿਆਰ ਕਰ ਦਿੰਦੇ ਹਾਂ ਸਾਧ ਸੰਗਤ ਜੀ। ਉਸ ਦਹੀਂ ਤੋਂ ਮੱਖਣ ਘਿਓ ਦੀ ਪ੍ਰਾਪਤੀ ਦੇ ਵਾਸਤੇ, ਲੱਸੀ ਪੀਣ ਦੇ ਵਾਸਤੇ ਉਸ ਦਹੀਂ ਦੇ ਵਿੱਚ ਆਪਾਂ ਫਿਰ ਮਧਾਣੀ ਪਾਉਂਦੇ ਹਾਂ। ਉਹ ਮਧਾਣੀ ਕੀ ਹਾਲ ਕਰਦੀ ਹੈ ਉਸ ਦਹੀਂ ਦਾ? ਹਜ਼ੂਰ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਪਾਪੀ ਬੰਦਿਆਂ ਦੇ ਪੇਸ਼ ਧਰਮਰਾਜ ਨੇ ਆਉਣਾ ਸਾਧ ਸੰਗਤ ਜੀ। ਜਿਵੇਂ ਉਹ ਦਹੀਂ ਦਾ ਹਾਲ ਕਰਦੀ ਹੈ ਨਾ, ਇਸੇ ਤਰ੍ਹਾਂ ਦੁਸ਼ਟ ਬੰਦਿਆਂ ਦਾ ਹਾਲ ਹੋਵੇਗਾ ਗੁਰੂ ਦੇ ਪਿਆਰੇ। ਇੱਕ ਜਗ੍ਹਾ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਪਾਪ ਕਰੇ ਦਰ ਸਰ ਪਰ ਮੁੱਠੇ, ਅਜ਼ਰਾ ਈਲ ਫੜੇ ਫੜ ਕੁੱਠੇ, ਤੇ ਦੋਜਕ ਪਾਏ ਸਿਰਜਣ ਹਾਰੇ, ਲੇਖਾ ਮੰਗਿਆ ਬਾਣੀਆਂ। ਸਾਧ ਸੰਗਤ ਜੀ ਭਿਆਨਕ ਉਪਦੇਸ਼ ਹੈ ਸਾਧ ਸੰਗਤ ਜੀ। ਕਹਿੰਦੇ ਨੇ ਪਾਪ ਕਰੇ ਦਰ ਸਰ ਪਰ ਮੁੱਠੇ, ਜਿਹੜੇ ਜੀਵ ਪਾਪ ਦੇ ਵਿਹਾਰ ਤੇ ਲੱਗ ਚੁੱਕੇ ਨੇ ਸਾਧ ਸੰਗਤ ਜੀ, ਲੁੱਟੇ ਜਾਣਗੇ। ਅਜ਼ਰਾਈਲ ਫੜੇ ਫੜ ਕੁੱਠੇ, ਜਦੋਂ ਅਜ਼ਰਾਈਲ ਨੇ ਫੜਿਆ, ਇਹਨਾਂ ਫਰਿਸ਼ਤਿਆਂ ਨੇ ਫੜਿਆ, ਤੇ ਫਿਰ ਉਹਨਾਂ ਦੋਜਕਾਂ 'ਚ ਪਾਇਆ ਜਾਏਗਾ, ਨਰਕਾਂ 'ਚ ਪਾਇਆ ਜਾਵੇਗਾ। ਸਾਧ ਸੰਗਤ 'ਚ ਇਹਨਾਂ ਵਾਕਾਂ ਦੇ ਅਨੁਸਾਰ ਆਪ ਦਸਮੇਸ਼ ਪਾਤਸ਼ਾਹ
ਜਿਹੜਾ ਕਿ ਦੀਨੇ ਪਿੰਡ ਤੋਂ ਹੁਕਮਨਾਮਾ, ਪੱਤਰਕਾ, ਜਫਰਨਾਮਾ, ਸ਼ਤਰੂ ਤੇ ਜਿੱਤ ਦੀ ਚਿੱਠੀ ਲਿਖੀ ਹੈ। ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਲੈ ਕੇ ਪਹੁੰਚੇ ਨੇ, ਔਰੰਗਜ਼ੇਬ ਨੂੰ ਜਾ ਕੇ ਦਿੱਤੀ ਹੈ। ਉਹ ਜਿਹੜੀ ਪੱਤਰਕਾ ਹੈ ਉਹਦੇ 'ਚ ਕੀ ਲਿਖਿਆ ਹੈ, ਉਹ ਆਪ ਜੋੜੋ ਮਨਾਂ ਨੂੰ, ਲੜੀਵਾਰ ਗੁਰ ਇਤਿਹਾਸ ਅਥਵਾ ਉਪਦੇਸ਼। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਔਰੰਗਜ਼ੇਬ ਦੀ ਪ੍ਰਥਾ ਹੈ, ਸਾਰੇ ਸੰਸਾਰ ਨੂੰ ਸਮੁੱਚੇ ਨੂੰ ਉਪਦੇਸ਼ ਪੇ ਕਰਦੇ ਨੇ। ਸਾਧ ਸੰਗਤ ਜੀ, ਆਪ ਰਸਨਾ ਕਰਕੇ ਗੁਰ ਸਿਮਰਨ ਕਰੋ, ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਣ ਕਰੋ। ਜੇ ਤੇ ਦੋਚ ਬਣੇ ਹੈ ਬਿਨ ਸਾਫਾ ਕਾਰਨ। ਕਹਿੰਦੇ ਨੇ ਔਰੰਗਜ਼ੇਬ ਆ ਜਿਤਨੇ ਨਰਕ ਬਣੇ ਨੇ ਇਹ ਉਹਨਾਂ ਵਾਸਤੇ ਨੇ ਕਿ ਪਾਪੀ ਪੁਰਸ਼ ਨੇ ਅਥਵਾ ਜਿਹੜੇ ਕਿ ਬੇਨਿਆਈ ਸੰਸਾਰ ਤੇ ਕਰਦੇ ਹਨ ਪਏ। ਫੜ ਅਗਨੀ ਜਬ ਭਾਵ ਸਨ ਜਲ ਕਰੇ ਪੁਕਾਰਨ। ਅਥਵਾ ਫਿਰ ਕੀ ਹੋਣਾ ਸਾਧ ਸੰਗਤ ਜੀ, ਇਹਨਾਂ ਨੂੰ ਫੜ ਕੇ ਦੋਸ਼ਕਾਂ ਦੀ ਅੱਗ ਦੇ ਵਿੱਚ, ਨਰਕਾਂ ਦੀ ਅੱਗ 'ਚ ਫੜੇ ਸੁੱਟਿਆ ਜਾਏਗਾ ਸਾਧ ਸੰਗਤ ਜੀ। ਕਿਉਂਕਿ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਹਜ਼ੂਰ ਪਾਤਸ਼ਾਹ ਨੇ ਗੁਰਬਾਣੀ 'ਚ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜੂ ਪੀੜੀ। ਸਾਧ ਸੰਗਤ 'ਚ ਹਜ਼ੂਰ ਪਾਤਸ਼ਾਹ ਨੇ ਬਹੁਤ ਤਸ਼ਬੀਹ ਦਿੱਤੀ ਇੱਥੇ ਗੁਰੂ ਦੇ ਪਿਆਰਿਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਾਰੂ ਪਾਤਸ਼ਾਹ ਦੇ ਪਾਸ ਪਹੁੰਚੇ ਸਾਧ ਸੰਗਤ 'ਚ, ਜਿਹਦਾ ਜੀਵਨ ਵੇਖਿਆ ਕਿਸ ਤਰ੍ਹਾਂ ਦਾ ਬਣ ਚੁੱਕਾ ਸੀ ਗੁਰੂ ਦੇ ਪਿਆਰਿਓ। ਇਸ ਕਾਰੂ ਪਾਤਸ਼ਾਹ ਨੇ ਧਨ ਇਕੱਠਾ ਕਰਨ ਦੇ ਵਾਸਤੇ, ਇਸ ਮਾਇਆ ਨੂੰ ਇਕੱਠਿਆਂ ਕਰਨ ਦੇ ਵਾਸਤੇ ਇਹਦੀ ਇੱਕ ਨੌਜਵਾਨ ਵਰ ਪ੍ਰਾਪਤ ਕੰਨਿਆ ਸੀ। ਉਸ ਨੂੰ ਇੱਕ ਚੌਂਕ 'ਚ ਜਾ ਕੇ ਖਿਲਾਰ ਦਿੱਤਾ। ਉੱਤੇ ਕਿਸੇ ਦੀ ਡਿਊਟੀ ਲਾਤੀ ਵੀ ਇਸ ਤਰ੍ਹਾਂ ਕਰੋ, ਇਹ ਆਖੀ ਜਾਓ ਜਿਹੜਾ 1 ਰੁਪਇਆ ਦੇਵੇਗਾ ਨਾ ਉਹ ਕਾਰੂ ਪਾਤਸ਼ਾਹ ਦਾ ਜਵਾਈ ਬਣ ਜਾਏਗਾ, ਇਸ ਕਦਰ ਦਾ ਸੰਸਾਰਿਕ ਸੰਬੰਧ ਕਰਤਾ ਜਾਏਗਾ। ਸਾਧ ਸੰਗਤ ਇਸ ਢੰਗ ਨਾਲ ਮਾਇਆ ਇਕੱਠੀ ਕੀਤੀ ਗੁਰੂ ਦੇ ਪਿਆਰੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਬਾਲਾ ਤੇ ਮਰਦਾਨਾ, ਕਾਰੂ ਦੇ ਜੀਵਨ ਦੇ ਵਿੱਚੋਂ ਬਦਬੂ ਆਉਂਦੀ ਹੈ ਪਈ। ਸਾਧ ਸੰਗਤ 'ਚ ਵਿਕਾਰਾਂ ਦੀ ਬਦਬੂ ਆਉਂਦੀ ਹੈ ਪਈ। ਚਲੋ ਉਹਦੇ ਪਾਸ ਚੱਲੀਏ ਆਪਾਂ। 7 ਬਚਨ ਉਹਦੇ ਪਾਸ ਪਹੁੰਚ ਗਏ ਸਾਧ ਸੰਗਤ 'ਚ। ਇਸ ਕਾਰੂ ਦਾ ਜੀਵਨ, ਇੱਕ ਬੱਚਾ ਸਾਰੀ ਦਿਹਾੜੀ ਹੋਕਾ ਦਿੰਦੇ ਰਹੇ, ਕਿਸੇ ਦੇ ਕੋਲ 1 ਰੁਪਇਆ ਨਾ ਮਿਲਿਆ। ਸ਼ਾਮ ਦਾ ਟਾਈਮ ਹੋਇਆ, ਇੱਕ ਨੌਜਵਾਨ ਬੱਚੇ ਨੇ ਸੁਣਿਆ ਤੇ ਸੁਣਦੇ ਸਾਰੇ ਘਰ ਨੂੰ ਚਲਾ ਗਿਆ। ਜਦੋਂ ਘਰ ਨੂੰ ਚਲਾ ਗਿਆ ਤੇ ਜਾ ਕੇ ਆਪਣੀ ਮਾਂ ਨੂੰ ਕਹਿੰਦਾ, ਮਾਂ ਛੇਤੀ ਕਰ 1 ਰੁਪਇਆ ਦੇ, ਮੈਂ ਕਾਰੂ ਪਾਤਸ਼ਾਹ ਦਾ ਜਵਾਈ ਬਣ ਜਾਵਾਂਗਾ ਤੇ ਇੱਕ ਬਹੁਤ ਖੂਬਸੂਰਤ ਕੰਨਿਆ ਤੇਰੇ ਘਰ 'ਚ ਲਿਆ ਕੇ ਖਿਲਾਰ ਦਿਆਂਗਾ, ਸਾਰੇ ਤੇਰੇ ਘਰ 'ਚ ਪ੍ਰਕਾਸ਼ ਹੋ ਜਾਏਗਾ। ਸਾਧ ਸੰਗਤ 'ਚ ਛੇਤੀ ਕਰ। ਮਾਂ ਕਹਿੰਦੀ ਆ, ਪੁੱਤ ਕਾਰੂ ਬਾਦਸ਼ਾਹ ਨੇ ਕਿਸੇ ਕੋਲ ਰੁਪਈਆ ਰਹਿਣ ਨਹੀਂ ਦਿੱਤਾ, ਰੁਪਈਆ ਹੈ ਨਹੀਂ ਘਰ। ਬੱਚੇ ਨੂੰ ਗਸ਼ ਪੈ ਗਿਆ। ਮਾਂ ਕਹਿੰਦੀ ਹੈ ਮੇਰਾ ਜੀਵਨ ਇਸ ਬੱਚੇ ਦੇ ਆਸਰੇ ਨਾਲ ਪਾਸ ਹੁੰਦਾ ਪਿਆ, ਤੇ ਜੇ ਬੱਚਾ ਹੀ ਨਾ ਰਿਹਾ ਤੇ ਮੈਂ ਕੀ, ਮੇਰਾ ਜੀਵਨ ਕਾਹਦਾ ਹੋਵੇਗਾ। ਕਹਿੰਦੀ ਉੱਠ ਪੁੱਤ ਲੈ ਰੁਪਈਆ। ਬੱਚੇ ਨੇ ਅੱਖ ਪੁੱਟੀ, ਕਹਿੰਦਾ ਲਿਆ ਮਾਂ ਛੇਤੀ ਕਰ। ਕਹਿੰਦੀ ਪੁੱਤ ਮੇਰੇ ਪਾਸ ਰੁਪਈਆ ਨਹੀਂ, ਪਰ ਮੈਂ ਤੈਨੂੰ ਦੱਸ ਨਹੀਂ ਆ, ਤੈਨੂੰ ਮੈਂ ਜਿੱਦਣ ਤੇਰੇ ਪਿਓ ਨੂੰ ਦਫਨਾਇਆ ਸੀ ਨਾ ਉਹਦੇ ਮੂੰਹ 'ਚ 1 ਰੁਪਈਆ ਪਾਇਆ ਸੀ, ਉਹ ਤੈਨੂੰ ਮੈਂ ਜਗ੍ਹਾ ਦੱਸ ਨਹੀਂ, ਉਹ ਜਾ ਕੇ ਹੋਗੀ ਜਗ੍ਹਾ ਪੁੱਟ ਕੇ ਰੁਪਈਆ ਕੱਢ ਲਾ ਉੱਥੋਂ ਜਾ ਕੇ। ਸਾਧ ਸੰਗਤ 'ਚ ਬੱਚਾ ਇਹਨੇ 'ਚ ਪ੍ਰਸੰਨ ਹੋ ਗਿਆ। ਮਾਂ ਅੱਗੇ ਲੱਗ ਤੁਰੀ, ਬੱਚਾ ਪਿੱਛੇ ਚੱਲ ਪਿਆ। ਕਬਰਸਤਾਨ ਆ ਗਿਆ, ਉੱਥੇ ਜਾ ਕੇ ਮਾਂ ਨੇ ਦੱਸਿਆ ਵੀ ਇੱਥੇ ਤੇਰੇ ਪੁੱਤ ਇਹ ਪਿਓ ਨੂੰ ਦਫਨਾਇਆ ਸੀ। ਜਦੋਂ ਮਿੱਟੀ ਨੂੰ ਪੁੱਟਿਆ ਕਰੰਗ ਨਿਕਲਿਆ, ਉਹਦੇ ਮੂੰਹ 'ਚ 1 ਰੁਪਈਆ ਨਿਕਲ ਆਇਆ। ਸਾਧ ਸੰਗਤ 'ਚ ਬੱਚਾ ਛੇਤੀ ਨਾਲ ਲੈ ਕੇ ਉਸ ਕਹਿੰਦੇ ਨੇ ਚੁਰਸਤੇ ਦੇ ਵਿੱਚ ਉਸ ਪਹਿਰੇਦਾਰਾਂ ਦੇ ਪਾਸ ਪਹੁੰਚ ਗਿਆ ਵੀ ਆਹ ਲਓ ਰੁਪਈਆ ਤੇ ਇਸ ਕਰਨ ਮੇਰਾ ਸੰਸਾਰਿਕ ਸੰਬੰਧ ਕਰ ਦਿਓ। ਉਹਨਾਂ ਨੇ ਦਰਬਾਰ 'ਚ ਹਾਜ਼ਰ ਕਰ ਦਿੱਤਾ। ਕਾਰੂ ਭਾਂਜੇ ਪੁੱਛਿਆ ਵੀ ਕਿੱਥੋਂ ਰੁਪਈਆ ਮਿਲਿਆ। ਜਦੋਂ ਉਹਨੇ ਸਾਰੀ ਵਾਰਤਾ ਦੱਸੀ ਨਾ ਤੇ ਕਾਰੂ ਪਾਸ਼ਾ ਕਹਿੰਦੇ ਹੁਣ ਸਾਰੀਆਂ ਮੜੀਆਂ ਤੇ ਕਬਰਾਂ ਫੋਲ ਦਿਓ। ਹੁਣ ਸਾਧ ਸੰਗਤ 'ਚ ਫੋਲੀਆਂ ਫਿਰ ਗੁਰੂ ਦੇ ਪਿਆਰੇ। ਇਹਨੇ 'ਚ ਗੁਰੂ ਨਾਨਕ ਉੱਥੇ ਅੱਪੜ ਗਏ ਗੁਰੂ ਦੇ ਪਿਆਰੇ। ਕਹਿੰਦੇ ਨੇ ਕਾਰੂ ਬਾਦਸ਼ਾਹ ਉਹ ਇਹ ਸੰਸਾਰ ਤੇ ਕਿਸ ਤਰ੍ਹਾਂ ਜੀਵਨ ਬਤੀਤ ਕਰਨਾ ਪਿਆ। ਸਾਧ ਸੰਗਤ 'ਚ ਕਹਿੰਦੇ ਨੇ ਕੀਚਾ ਨੇਕ ਨਾਮੀ ਜੋ ਦੇਵੈ ਖੁਦਾਏ, ਜੋ ਦੀਸੈ ਜ਼ਮੀ ਪਰ ਸੋ ਹੋਸੀ ਫਨਾਏ। दाएं व दौलत कसे बेसमार, न रहेंगे करोड़ी न रहेंगे हजार। दमड़ा तिसी का जो खर्चे यार खाए, देवै दिवावै रजावै खुदाए।
होता ना राखै अकेला ना खाए, तहकीक दिलदानी वही पिस्त जाए। न कीजै तवज्जिया न कीजै गुमान, न रहेंगे ये दुनिया न रहेंगे दीवान। हाथी व घोड़े व लश्कर हजार, होवेंगे गर्क किछ लागै न बार। दुनिया का दीवाना कहे मुल्क मेरा, आई मौत सिर पर न तेरा न मेरा। केती गई देख वाजे बजाए, वही एक रहस्य जो साचा खुदाए। आया अकेला अकेला चलाया, चलते वक्त कोई काम ना आया। लेखा मगीजा के दीजा जवाब, ते तोबा पुकारे तू पावे अजाब। लानत है तैको है तैंडी कमाई, ते दगेबाजी करके दुनिया लूट खाई। भयानक ही उपदेश दिता साध संगत च। वो कारू पातशाह ये करना पिया, तेनू नहीं पता लेखा मगीजा के दीजा जवाब। ये तेरे को लेखा होना है, की जवाब देवेगा साध संगत च। तोबा कर गया फिर साध संगत च। इसी तरह दशमेश पातशाह औरंगजेब नूं मुखातब कर औरंगजेब, ये जिन्ने भी नरक बने ने ये सारे पापियां अपराधियां दे वास्ते बने ने, ते उन्हां दे विच सुट्टिया जाना है जेड़े के पाप कर रहे हन पे। रंग राव है एक सम किछतान कानी। औरंगजेब उस भगवान दी दरगाह च भावें कोई कंगाल है ते भावें कोई धनवान है, उत्थे जाके बराबर हो जाना अपने साध संगत च। उथे नहीं होना भी मैं बहुत माया धारी सी, ਜਾਂ मैं राजा सी, ਜਾਂ मेरे को बड़े बैंक बैलेंस ने। उथे गल नहीं होनी। उथे जिहो जिहा कंगाल है ਉਹ ਜਿਹਾ ਧਨਵਾਨ ਇੱਕੋ ਜਿਹਾ ਬਰਾਬਰ ਹਨ। कीड़ी की पहले सुने गर्बन पिछवानी। ਇਹ ਨਹੀਂ ਪਤਾ ਜਿਹੜੇ ਕਿ ਬੜੇ ਬੜੇ ਅਭਿਮਾਨੀ ਪੁਰਸ਼ ਨੇ, ਹਾਥੀਆਂ ਵਰਗੇ ਹੰਕਾਰੀ, ਉਹਨਾਂ ਦੀ ਸੁਣੀ ਨਾ ਜਾਵੇ। ਜਿਹੜੇ ਗਰੀਬ ਨੇ ਕੀੜੀ ਦੀ ਪਹਿਲਾਂ ਸੁਣ ਕੇ ਤੇ ਉਥੇ ਇਸ ਗੱਲ ਦਾ ਕੋਈ ਪਤਾ ਨਹੀਂ ਕਿਹਦੀ ਫਰਿਆਦ ਪ੍ਰਵਾਨ ਹੋ ਜਾਣੀ ਹੈ। जो मन तोर गुमान है मेहनत जो खावे। ਹੋਰ ਹੁਣ ਸੁਣੋ ਸਾਧ ਸੰਗਤ ਜੀ, ਜਦੋਂ ਤੁਸੀਂ ਵੇਖਦੇ ਹੋ ਨਾ ਇਹਨਾਂ ਦੇ ਰੋਜ਼ੇ ਹੁੰਦੇ ਨੇ ਸਾਧ ਸੰਗਤ ਜੀ, ਇਹ ਰੋਜ਼ੇ ਰੱਖਦਾ ਸੀ ਤੇ 8 ਪਹਿਰਾਂ ਦੇ ਬਾਅਦ ਇੱਕ ਜੌਂ ਪਾਣੀ ਨਾ ਖਾਇਆ ਕਰਦਾ ਸੀ ਸਾਧ ਸੰਗਤ ਜੀ। ਇਹ ਨਹੀਂ ਤਪ ਸੀ ਗੁਰੂ ਦੇ ਪਿਆਰੇ ਔਰੰਗਜ਼ੇਬ ਦਾ। ਕਹਿੰਦੇ ਨੇ ਔਰੰਗਜ਼ੇਬ ਇਹ ਵੀ ਮੈਂ ਸੁਣਿਆ ਤੂੰ ਇੱਕ ਜੌਂ ਤੇ ਆਪਣਾ ਗੁਜ਼ਾਰਾ ਕਰਦਾ ਹੈ। राज अंश न खाता हूँ मैं बख्शिया जावो। ਇਹ ਚ ਇੱਕ ਸਿਫਤ ਹੋਰ ਸੀ ਸਾਧ ਸੰਗਤ ਜੀ। ਇਹ ਭਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ ਪਏ, ਇਹ ਔਰੰਗਜ਼ੇਬ ਜਿਹੜਾ ਸੀ ਨਾ, ਇਹ ਖਜ਼ਾਨੇ ਚੋਂ ਲੈ ਕੇ ਪੈਸਾ ਨਹੀਂ ਸੀ ਵਰਤਦਾ ਸਾਧ ਸੰਗਤ ਜੀ। ਉਸ ਖਜ਼ਾਨੇ ਚੋਂ ਲੈ ਕੇ ਪੈਸਾ ਤੇ ਉਹਦਾ ਆਹਾਰ, ਉਹਦੀ ਰੋਟੀ ਨਹੀਂ ਸੀ ਖਾਂਦਾ। ਕਿਉਂ? ਇਹਦੇ ਮਨ ਦੀ ਅਵਸਥਾ ਸੀ ਵੀ ਖਜ਼ਾਨੇ ਚ ਪਤਾ ਨਹੀਂ ਕਿਸ ਤਰ੍ਹਾਂ ਦਾ ਪੈਸਾ ਹੁੰਦਾ ਹੈ, ਤੇ ਮੈਂ ਖਜ਼ਾਨੇ ਦਾ ਪੈਸਾ ਲੈ ਕੇ ਨਹੀਂ ਵਰਤਣਾ। ਵਿਚਾਰੇ ਨਹੀਂ ਵੀ ਸਹੀ ਅੰਦਰ ਹੈ ਸੀ ਸਾਧ ਸੰਗਤ ਚ। ਇਸ ਨੇ ਵਾਣ ਵਟਣਾ, ਉਹਨੂੰ ਜਾ ਕੇ ਵੇਚ ਕੇ ਤੇ ਉਹਦਾ ਗੁਜ਼ਾਰਾ ਕਰਨਾ ਸਾਧ ਸੰਗਤ ਚ। ਇਤਿਹਾਸਕਾਰ ਨੇ ਲਿਖਿਆ ਕੁਰਾਨ ਸ਼ਰੀਫ ਲਿਖਣਾ, ਉਹ ਵੇਚ ਕੇ ਤੇ ਉਹਦਾ ਗੁਜ਼ਾਰਾ ਕਰਨਾ ਸਾਧ ਸੰਗਤ ਚ। ਆਖਣਾ ਖਜ਼ਾਨੇ ਚੋਂ ਪੈਸਾ ਨਹੀਂ ਲੈਣਾ, ਕਿਉਂਕਿ ਪਤਾ ਨਹੀਂ ਕਿਹਦੀ ਕਿਸ ਤਰ੍ਹਾਂ ਕਿਸੇ ਨੇ ਕਮਾਈ ਹੈ। ਵਿਚਾਰ ਵੀ ਇਹ ਨਹੀਂ ਰੱਖਦਾ ਸੀ। ਔਰੰਗਜ਼ੇਬ ਇਹ ਵੀ ਤੇਰੇ ਮਨ ਚ ਵਿਚਾਰ ਹੈ ਵੀ ਮੈਂ ਇੱਕ ਜੌਂ ਖਾਂਦਾ ਹਾਂ, ਆਪਣਾ ਗੁਜ਼ਾਰਾ ਕਰਦਾ ਹਾਂ। ਜਿਹੜੀ ਰਾਜ ਅੰਸ਼ ਹੈ, ਖਜ਼ਾਨੇ ਚ ਮਾਇਆ ਹੈ, ਉਹ ਵੀ ਤੂੰ ਨਹੀਂ ਵਰਤਦਾ। सो गुमान तव झूठ है कूड़े जब खाही। ਇਹ ਕਿਹੜੀ ਗੱਲ ਕਰਨ? ਘੋੜੇ ਬੜੇ ਜੌਂ ਖਾਂਦੇ ਨੇ ਸਾਧ ਸੰਗਤ ਚ। ਜੇ ਜੌਂ ਖਾਣ ਨਾਲ ਤੂੰ ਬਖਸ਼ੇ ਜਾਏਗਾ ਤਾਂ ਘੋੜੇ ਵੀ ਬਖਸ਼ੇ ਜਾਣੇ ਚਾਹੀਦੇ ਨੇ। ਫਿਰ ਉਹ ਪੀ ਵਲੀ ਨਾ ਹੋਏ ਗਏ ਪਾਰੇ ਮਰ ਜਾਈ। ਉਹ ਜਿਹੜੇ ਇਹਨੇ ਨੇ ਘੋੜੇ ਜੌਂ ਖਾਂਦੇ ਨੇ, ਜੇ ਉਹ ਵਲੀ ਪੈਗੰਬਰ ਨਹੀਂ ਹੋ ਸਕੇ ਤਾਂ ਤੂੰ ਕਿਵੇਂ ਹੋ ਸਕੇਗਾ? ਤੂੰ ਵੀ ਨਹੀਂ ਹੋ ਸਕਣਾ। ਵਲੀ ਨਾ ਹੋਇਓ ਤਰੰਗ ਕੋ ਤੂੰ ਕਿਸ ਬਿਦ ਹੋਵੇ। ਇਸ ਵਾਸਤੇ ਜਿਹੜੇ ਬੜੇ ਬੜੇ ਜੌਂ ਖਾਂਦੇ ਨੇ ਨਾ, ਜੇ ਉਹ ਪੈਗੰਬਰ ਵਲੀ ਨਹੀਂ ਹੋ ਸਕੇ ਘੋੜੇ, ਤੇ ਤੂੰ ਵੀ ਨਹੀਂ ਬਣ ਸਕਣਾ। ਝੂਠੇ ਕਰੇ ਗੁਮਾਨ ਤੂੰ ਅਗਬਤ ਸਭ ਖੋਵੈ। ਐਵੇਂ ਝੂਠਾ ਹੰਕਾਰ ਪਿਆ ਕਰਨਾ ਸਾਧ ਸੰਗਤ। ਤੂੰ ਆਪਣਾ ਅੱਗਾ ਜਿਹੜਾ ਨਾ ਪਰਲੋਕ ਆਪਣਾ ਖਰਾਬ ਕਰਨਾ ਤੂੰ ਪਿਆ ਸਗੋਂ। ਜੋ ਰਿਦ ਤੂਰ ਗੁਮਾਨ ਹੈ ਮੈਂ ਪੜੋ ਕੁਰਾਨ। ਇਹ ਵੀ ਤੇਰੇ ਮਨ ਚ ਬੜਾ ਹੰਕਾਰ ਹੈ ਵੀ ਮੈਂ ਕੁਰਾਨ ਸ਼ਰੀਫ ਪੜ੍ਹਨਾ, ਤੇ ਕੁਰਾਨ ਸ਼ਰੀਫ ਪੜ੍ਹਨ ਦੇ ਨਾਲ ਮੈਨੂੰ ਮੁਕਤੀ ਮਿਲ ਜਾਵੇਗੀ। ਇਮ ਬਖਸ਼ਿਸ਼ ਤੇ ਛੂਟਾਂ ਸਭ ਝੂਠ ਕਮਾਨਾ। ਇਹ ਵੀ ਤੈਨੂੰ ਦੱਸਦੇ ਨੇ ਆਪੇ ਵੀ ਗੱਲ ਝੂਠੀ ਹੈ ਸਾਧ ਸੰਗਤ ਚ। ਹੁਣ ਸੱਜਣੋ, ਆਪਾਂ ਸਾਸਾਂ ਕਰਨੇ ਆ, ਕੋਈ ਕਥਾ ਕਰਦਾ, ਕੋਈ ਕੀਰਤਨ ਕਰਦਾ, ਕੋਈ ਗੁਰਬਾਣੀ ਪੜ੍ਹਦਾ, ਤੇ ਫਿਰ ਸਾਰੇ ਦਿਨ ਕੁਫਰ ਤੋਲੀ ਜਾਵੇ ਸਾਧ ਸੰਗਤ ਚ। ਕਥਾ ਕਰਕੇ, ਕੀਰਤਨ ਕਰਕੇ, ਭਾਵ ਗੁਰਬਾਣੀ ਪੜ੍ਹ ਕੇ ਫਿਰ ਕੋਈ ਚੰਗੀ ਮੰਦੀ ਬੁਰੀ ਭਲੀ ਵਿਚਾਰ ਨਹੀਂ ਕਰਨੀ ਤੇ ਗੁਰਬਾਣੀ ਤਾਰ ਦੇਵੇਗੀ ਸਾਧ ਸੰਗਤ ਜੀ।
ਇਸ ਵਾਸਤੇ ਰੰਗਜ਼ੇਬ ਜਿਹੜਾ ਤੂੰ ਇਹ ਕਹਿਣਾ ਵੀ ਮੈਂ ਬੜਾ ਕੁਰਾਨ ਸ਼ਰੀਫ ਪੜ੍ਹਨਾ ਤੇ ਮੈਨੂੰ ਬੜਾ ਕੁਰਾਨ ਸ਼ਰੀਫ ਨਾਲ ਪਿਆਰ ਹੈ, ਨਿਰਾ ਕੁਰਾਨ ਸ਼ਰੀਫ ਪੜ੍ਹਨ ਦੇ ਨਾਲ ਮੁਕਤੀ ਨਹੀਂ ਮਿਲ ਸਕਦੀ। ਕਿਉਂਕਿ ਹਜ਼ੂਰ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਬੜੇ ਬੜੇ ਆਪਾਂ ਨੂੰ ਪ੍ਰਮਾਣ ਦੇ ਕੇ ਸਮਝਾਉਣ ਦਾ ਯਤਨ ਕੀਤਾ ਸਾਧ ਸੰਗਤ ਚ। ਕਹਿੰਦੇ ਨੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਾਂ ਸੁਪਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਤੇ ਕੈਸੇ ਉਤਰ ਸੁਪਾਰਾ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਵੇਦ ਕਤੇਬ ਸਿਮਰਤ ਸਭ ਸਾਸਤ ਨੂੰ ਪੜ੍ਹਿਆ ਮੁਕਤ ਨਾ ਹੋਈ। ਇਹ ਵੀ ਹਜ਼ੂਰ ਪਾਤਸ਼ਾਹ ਨੇ ਫੈਸਲਾ ਕਰ ਦਿੱਤਾ ਹੈ। ਇਸ ਵਾਸਤੇ ਪਾਤਸ਼ਾਹ ਗੁਰਬਾਣੀ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਵੇਦ ਕਤੇਬ ਪੜ੍ਹੇ ਕਾ ਕਿਆ ਗੁਣ। ਇਹ ਜਿਹੜਾ ਆਪਾਂ ਵੇਦਾਂ ਤੇ ਕਿਤਾਬਾਂ ਨੂੰ ਪੜ੍ਹਨੇ ਆ ਪਏ, ਇਹਦਾ ਕੀ ਗੁਣ ਹੈ ਸਾਧ ਸੰਗਤ ਚ। ਤਸ਼ਬੀਹ ਦੇ ਕੇ ਸਮਝਾਉਣ ਦਾ ਯਤਨ ਕਰਦੇ ਨੇ। ਜਿਸ ਤਰ੍ਹਾਂ ਇੱਕ ਖੋਤਾ ਹੈ, ਉਸ ਖੋਤੇ ਤੇ ਚੰਦਨ ਲੱਦ ਦਈਏ, ਚੰਦਨ ਇੱਕ ਅਮੋਲਕ ਲੱਕੜ ਹੈ, ਉਸ ਖੋਤੇ ਨੂੰ ਕੀ ਸਾਰੇ ਉਹਦੀ ਸਾਧ ਸੰਗਤ ਜੀ, ਜਿੱਥੇ ਮਰਜ਼ੀ ਉਹਨੇ ਲੇਟਣ ਲੱਗ ਪੈਣਾ ਹੈ। ਇਸੇ ਤਰ੍ਹਾਂ ਜੇ ਆਪਾਂ ਗੁਰਬਾਣੀ ਪੜ੍ਹ ਕੇ ਸਾਸੰਗ ਕਰਕੇ ਕਿਸੇ ਪ੍ਰਕਾਰ ਦਾ ਕੋਈ ਵਿਕਾਰ, ਕੋਈ ਉਹਦਾ ਤਿਆਗ ਨਹੀਂ ਕਰਦੇ ਤੇ ਉਹ ਆਪਾਂ ਨੂੰ ਗੁਰਬਾਣੀ ਨੇ ਕੀ ਤਾਰ ਦੇਣਾ ਫਿਰ ਸਾਧ ਸੰਗਤ ਜੀ। ਇਸ ਵਾਸਤੇ ਹਜ਼ੂਰ ਪਾਤਸ਼ਾਹ ਇਸ਼ਾਰਾ ਕਰਦੇ ਰੰਗਜ਼ੇਬ, ਇਹ ਜਿਹੜਾ ਤੇਰੇ ਮਨ ਚ ਹੰਕਾਰ ਹੈ ਮੈਂ ਬੜਾ ਕੁਰਾਨ ਸ਼ਰੀਫ ਪੜ੍ਹਨਾ, ਇਹਦੇ ਪੜ੍ਹਨਾ ਮੁਕਤੀ ਨਹੀਂ ਹੋਣੀ, ਇਹਦੇ ਅਮਲ ਕਰਨਾ ਮੁਕਤੀ ਪ੍ਰਾਪਤ ਹੋਣੀ ਹੈ। ਮੁਖ ਤੇ ਪੜੇ ਕੁਰਾਨ ਕੋ ਦਿਲ ਕਪਟ ਵਸ਼ੇਖਾ। ਪੜ੍ਹਦਾ ਤੇ ਬੜਾ ਤੂੰ, ਪਰ ਤੇਰੇ ਮਨ ਚ ਕਪਟ ਭਰਿਆ ਸਾਧ ਸੰਗਤ ਚ, ਤੇਰੇ ਮਨ ਚ ਇੰਨਾ ਕਪਟ ਭਰਿਆ ਹੋਇਆ ਹੈ ਤੇਰੇ ਮਨ ਦੇ ਵਿੱਚ। ਅਮਲਾ ਬਾਜ ਨਾ ਬਖਸ਼ੀਏ ਗਿਨ ਮਨ ਮੈਂ ਦੇਖਾ। ਜਿਸ ਤਰ੍ਹਾਂ ਕਿ ਕੱਲ ਦੇ ਪ੍ਰਕਰਨ ਚ ਦਾਸ ਨੇ ਪ੍ਰਾਰਥਨਾ ਕਰ ਦਿੱਤੀ, ਸਜਣੋ ਇਸ ਸੰਸਾਰ ਦੇ ਵਿੱਚ ਰਾਗੀ ਢਾਡੀ ਗੁਣੀ ਗਿਆਨੀ ਪ੍ਰਚਾਰਕ ਬਣ ਜਾਣਾ, ਕਿਸੇ ਪ੍ਰਕਾਰ ਦੀਆਂ FA MA BA ਦੀਆਂ ਡਿਗਰੀਆਂ ਪ੍ਰਾਪਤ ਕਰ ਲੈਣੀਆਂ, ਭਾਵ ਇਲਮ ਨਹੀਂ ਵੱਡਾ ਅਮਲ ਵੱਡਾ ਸਾਧ ਸੰਗਤ ਚ, ਇਲਮ ਨਹੀਂ ਵੱਡਾ ਗੁਰੂ ਦੇ ਪਿਆਰਿਓ। ਇਸ ਵਾਸਤੇ ਹਜ਼ੂਰ ਪਾਤਸ਼ਾਹ ਮੁਖਾਤਬ ਕਰਦੇ ਨੇ ਪਏ ਇਹ ਬਗੈਰ ਅਮਲਾਂ ਤੋਂ ਸਾਧ ਸੰਗਤ ਚ, ਭਾਵ ਆਪਣੇ ਮਨ ਚ ਵਿਚਾਰ ਕਰ, ਜਿੰਨਾ ਚਿਰ ਆਪਾਂ ਅਮਲੀ ਜ਼ਿੰਦਗੀ ਨਹੀਂ ਕਰਦੇ, ਉਹਨਾਂ ਚੀਜ਼ਾਂ ਤੇ ਅਮਲ ਨਹੀਂ ਕਰਦੇ, ਆਪਾਂ ਚੱਲਣ ਦਾ ਯਤਨ ਨਹੀਂ ਕਰਦੇ, ਉਹਨਾਂ ਚ ਕਦੇ ਵੀ ਛੁਟਕਾਰਾ ਨਹੀਂ ਹੋਣਾ। ਲਿਖ ਕੁਰਾਨ ਪਛ ਦਗਰ ਪਾਰ ਸੋ ਵਲੀ ਨਾ ਥੀਆ। ਇਸਲਾਮ ਧਰਮ ਦੇ ਵਿੱਚ ਨਾ ਇਹ ਵੀ ਇੱਕ ਗੱਲ ਆਉਂਦੀ ਸਾਧ ਸੰਗਤ, ਕਹਿੰਦੇ ਨੇ ਕਿ ਦਿਗਰ ਪੰਛੀ ਹੈ ਸਾਧ ਸੰਗਤ ਚ, ਉਸ ਦਿਗਰ ਪੰਛੀ ਦੇ ਖੰਭਾਂ ਤੇ ਨਾ ਕੁਰਾਨ ਸ਼ਰੀਫ ਲਿਖ ਦਿੰਦੇ ਨੇ। ਜਿਹੜਾ ਲਿਖ ਦੇਵੇ ਨਾ ਉਹ ਕਹਿੰਦੇ ਉਹਨੂੰ ਬਹਿਸ਼ਤਾਂ ਦੀ ਪ੍ਰਾਪਤੀ ਹੋਵੇਗੀ ਸਾਧ ਸੰਗਤ ਚ, ਸਵਰਗ ਦੀ ਪ੍ਰਾਪਤੀ ਹੋਵੇਗੀ। ਰੰਗ ਸਿੰਘ ਨੇ ਵੀ ਪੂਰਾ ਕਰਤਾ ਸੀ ਗੁਰੂ ਦੇ ਪਿਆਰਿਆ। ਉਹ ਦਿਗਰ ਪੰਛੀ ਦੇ ਖੰਭ ਤੇ ਨਾ ਇਹਨੇ ਸਾਰਾ ਕੁਰਾਨ ਸ਼ਰੀਫ ਲਿਖ ਦਿੱਤਾ ਸੀ। ਕਹਿੰਦੇ ਰੰਗਜ਼ੇਬ ਜੇ ਤੂੰ ਉਹ ਵੀ ਕਰ ਲਿਆ ਤੇ ਇਹ ਵੀ ਕੋਈ ਬੜੀ ਵੱਡੀ ਗੱਲ ਨਹੀਂ, ਆਪਣੇ ਮਨ ਚ ਹੰਕਾਰ ਨਾ ਕਰੀ ਇਸ ਗੱਲ ਦਾ। ਵਲੀ ਜਾਨ ਬੜੇ ਆਪ ਕੋ ਕਿਮ ਗਰਬਤ ਹੀਆ। ਤੂੰ ਉਸ ਦਿਗਰ ਪੰਛੀ ਦੇ ਖੰਭ ਤੇ ਕੁਰਾਨ ਸ਼ਰੀਫ ਲਿਖ ਕੇ ਆਪਣੇ ਆਪ ਨੂੰ ਬੜਾ ਪੈਗੰਬਰ ਤੇ ਆਪਣੇ ਵਲੀ ਕਹਾਉਣਾ ਪਿਆ, ਆਪਣੇ ਗੁਮਾਨ ਹੰਕਾਰ ਚ ਆਇਆ ਹੈ ਤੂੰ। ਜੀ ਕਰ ਤੁਝੇ ਗੁਮਾਨ ਯਹ ਮੈਂ ਬੰਦਗੀ ਕਹਿ ਹਾਂ। ਜੇ ਤੇਰੇ ਮਨ ਚ ਇਹ ਗੁਮਾਨ ਹੈ ਵੀ ਮੈਂ ਬੜੀ ਕੁਰਾਨ ਸ਼ਰੀਫ ਨੂੰ ਪੜ੍ਹਦਾ ਹਾਂ ਤੇ ਬੜੀਆਂ ਨਮਾਜ਼ਾਂ ਪੜ੍ਹਦਾ ਹਾਂ, ਬੜੀ ਬੰਦਗੀ ਕਰਦਾ ਹਾਂ, ਪਾਠ ਰਵੈ ਤਾਂ ਦੁਈ ਚਾਰੇ ਬਖਸ਼ ਮਿਲੈ ਹਾਂ। ਤੇ ਮੈਂ ਆ ਜਿਹੜੀ ਨਮਾਜ਼ਾਂ ਪੜ੍ਹਨਾ ਨਾ, ਨਮਾਜ਼ਾਂ ਪੜ੍ਹ ਕੇ ਮੈਂ ਬਖਸ਼ਿਆ ਜਾਵਾਂਗਾ, ਮੇਰੀ ਮੁਕਤੀ ਹੋਵੇਗੀ। ਬੰਦਗੀ ਤਿਸ ਕਾ ਨਾਮ ਹੈ ਮਨ ਕਰੇ ਮੁਖਾਲਸ। ਕਿੰਨਾ ਕਮਾਲ ਹੈ ਸਾਧ ਸੰਗਤ ਚ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਰੰਗਜ਼ੇਬ ਆ ਜਿਹੜਾ ਬੰਦਗੀ ਕਰਨੇ ਆ, ਨਾਮ ਜਪਣੇ ਦਾ ਕੀ ਅਰਥ ਹੈ? ਇਹਦਾ ਅਰਥ ਹੈ ਆਪਣੇ ਮਨ ਨੂੰ ਸਾਫ਼ ਕਰਨਾ, ਰਹਿਮ ਕਰਨਾ ਆਪਣੇ ਮਨ ਚ ਸਾਧ ਸੰਗਤ ਚ। ਤੇਰੇ ਮਨ ਚ ਰਹਿਮ ਆਇਆ ਹੀ ਨਹੀਂ ਗੁਰੂ ਦੇ ਪਿਆਰਿਓ, ਕਾਹਦੀ ਬੰਦਗੀ ਸਾਧ ਸੰਗਤ ਚ। ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਨਾ, ਸਿਆਲਕੋਟ ਦੇ ਪਾਸ ਨਾ ਇੱਕ ਮੱਠ ਸੀ ਸਾਧ ਸੰਗਤ ਚ। ਉੱਥੇ ਇੱਕ ਨਾ ਮੱਠ ਤੇ ਹਮਜਾ ਗੌਸ ਪੀਰ ਰਹਿੰਦਾ ਸੀ। ਉਸ ਹਮਜਾ ਗੌਸ ਪੀਰ ਨੂੰ ਨਾ ਕਿਸੇ ਸਿਆਲਕੋਟ ਸ਼ਹਿਰ ਦੇ ਵਿੱਚੋਂ ਕਿਸੇ ਨੂੰ ਬੱਚਾ ਦਾਨ ਕਰਨ ਦਾ ਬਚਨ ਕਰ ਲਿਆ ਸਾਧ ਸੰਗਤ, ਮੈਂ ਬੱਚਾ ਦਾਨ ਕਰਾਂਗਾ ਤੈਨੂੰ, 7 ਬਚਨ। ਜਦੋਂ ਮਨ ਬਣਿਆ ਤੇ ਫਿਰ ਮਨ ਬਦਲ ਗਿਆ, ਮੋਹ ਪੈਦਾ ਹੋ ਗਿਆ, ਜਵਾਬ ਦੇ ਦਿੱਤਾ ਸਾਧ ਸੰਗਤ ਚ। ਹਮਜਾ ਗੌਸ ਪੀਰ ਨੂੰ ਨਾ ਕ੍ਰੋਧ ਆ ਗਿਆ। ਉਸ ਕ੍ਰੋਧ ਵਿੱਚ ਆ ਕੇ ਨਾ ਉਹਨੇ ਸਿਆਲਕੋਟ ਉਸ ਮੱਠ ਦੇ ਵਿੱਚ ਚਾਲੀਆ ਕੱਟਣਾ ਸ਼ੁਰੂ ਕਰ ਦਿੱਤਾ। ਕਾਹਦੇ ਵਾਸਤੇ? ਭਈ ਇਸ ਸਾਰੇ ਸ਼ਹਿਰ ਨੂੰ ਕਰ ਦੇਣਾ ਸਾਧ ਸੰਗਤ ਚ, ਸਾਰੇ ਸ਼ਹਿਰ ਨੂੰ ਕਰ ਦੇਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ ਦੇ ਵਾਕ ਅਨੁਸਾਰ ਉੱਥੇ ਚੱਲ ਪਏ ਸਾਧ ਸੰਗਤ ਚ। ਉੱਥੇ ਪਹੁੰਚ ਗਏ।
ਮਰਦਾਨਕਨ ਮਰਦਾਨਾ ਸਾਜ ਸੁਰ ਕਰ। ਮਰਦਾਨੇ ਨੇ ਆਪਣੇ ਸਾਜ ਨੂੰ ਸੁਰ ਕੀਤਾ, ਪਰਮੇਸ਼ਰ ਦਾ ਕੀਰਤਨ ਕਰਨਾ ਸ਼ੁਰੂ ਕਰਤਾ, ਜਸ ਕਰਨਾ ਸ਼ੁਰੂ ਕਰ ਦਿੱਤਾ। ਇਹ ਹਮਜਾ ਗੌਸ ਨੂੰ ਜੇ ਕੰਨੀ ਪਿਆ ਨਾ, ਇਹ ਚ ਖਿਚਾਅ ਪੈਦਾ ਹੋਈ ਸਾਧ ਸੰਗਤ ਚ। ਆ ਕੇ ਕੋਲ ਆ ਕੇ ਬੈਠ ਗਿਆ। ਜਦੋਂ ਆ ਕੇ ਕੋਲ ਆ ਕੇ ਬੈਠਾ ਨਾ, ਤੇ ਇਤਿਹਾਸਕਾਰ ਕਹਿੰਦਾ ਸਾਧ ਸੰਗਤ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਸਤਸੰਗ ਦੀ ਸਮਾਪਤੀ ਹੋਈ ਤੇ ਕਹਿੰਦੇ ਨੇ, ਹਮਜਾ ਗੌਸ ਪੀਰ ਮੈਨੂੰ ਪਤਾ ਲੱਗਾ ਤੂੰ 40 ਕੱਟਣੇ ਪਿਆ। ਕਹਿੰਦਾ ਜੀ ਹਾਂ। ਇਹ ਕਾਹਦੇ ਵਾਸਤੇ? ਸਾਰੀ ਵਾਰਤਾ ਸੀ ਵੀ ਇੱਥੇ ਇੱਕ ਸ਼ਾਹੂਕਾਰ ਹੈ, ਉਹਨੇ ਇੱਕ ਬੱਚਾ ਦੇਣ ਦੇ ਵਾਸਤੇ ਮੇਰੇ ਨਾਲ ਬਚਨ ਕੀਤਾ ਸੀ ਤੇ ਭੌਂ ਕੇ ਅਣਕਾਰੀ ਕਰਦਾ ਪਿਆ। ਉਸ ਸ਼ਹਿਰ ਨੂੰ ਗਰਕ ਕਰਨ ਦੇ ਵਾਸਤੇ ਸਾਧ ਸੰਗਤ ਚ ਗੁਰੂ ਨਾਨਕ ਕਹਿੰਦੇ ਨੇ, ਹਮਜਾ ਗੌਸ ਪੀਰ ਬੰਦਗੀ ਇਸ ਵਾਸਤੇ ਕਰੀ, ਲੋਕਾਂ ਨੂੰ ਗਰਕ ਕਰਨ ਦੇ ਵਾਸਤੇ। ਇਹ ਬੰਦਗੀ ਦਾ ਅਰਥ ਹੈ ਸਾਧ ਸੰਗਤ ਚ। ਚੁੱਪ ਕਰ ਗਿਆ। ਕਹਿੰਦੇ ਨੇ, ਹਮਜਾ ਗੌਸ ਪੀਰ ਬੰਦਗੀ ਆਪਣੇ ਮਨ ਨੂੰ ਕਪਟ ਛੱਡਣ ਦੇ ਵਾਸਤੇ ਤੇ ਰਹਿਮ ਕਰਨ ਦੇ ਵਾਸਤੇ, ਦਿਲ 'ਚ ਤਰਸ ਪੈਦਾ ਕਰਨ ਦੇ ਵਾਸਤੇ ਕਰੀ ਦੀ ਹੈ ਕਿ ਕਿਸ ਨੂੰ ਮਾਰਨ ਵਾਸਤੇ ਕਰੀ ਦੀ ਹੈ? ਪੈਰਾਂ ਤੇ ਝੁਕ ਗਿਆ ਸਾਧ ਸੰਗਤ 'ਚ। ਹਮਜਾ ਗੌਸ ਪੀਰ ਜੇ ਇੱਕ ਬੇੜੀ ਦੇ ਵਿੱਚ 10-15 ਦਾ ਪੂਰ ਹੈ, 10-15 ਮੁਸਾਫਰ ਬੈਠੇ ਨੇ ਤੇ ਇੱਕ ਮੁਸਾਫਰ ਕਿਸੇ ਪ੍ਰਕਾਰ ਦੀ ਕੋਈ ਉਲੰਘਣਾ ਕਰਦਾ ਪਿਆ ਤੇ ਸਾਰੀ ਬੇੜੀ ਨੂੰ ਡੁੱਬ ਦੇਣਾ ਚਾਹੀਦਾ। ਜੇ ਸਿਆਲਕੋਟ ਪੇਸ਼ ਸ਼ਹਿਰ ਦੇ ਵਿੱਚ ਕਿਸੇ ਇੱਕ ਮਨੁੱਖ ਨੇ ਅਣਗਹਿਲੀ ਕੀਤੀ ਹੈ ਤੇ ਸਾਰੇ ਸ਼ਹਿਰ ਦਾ ਨਾਸ਼ ਕਰ ਦੇਣਾ। ਬੰਦਗੀ ਇਹ ਕਹਿੰਦੀ ਹੈ ਭਈ। ਸ਼ਰਮਿੰਦਾ ਹੋਇਆ ਸਾਸ, ਚੁੱਪ ਕਰ ਗਿਆ ਗੁਰੂ ਦੇ ਪਿਆਰਿਓ। ਇਹ ਸਵਾਲ ਦੱਸ ਪ੍ਰਾਰਥਨਾ ਕਰਦਾ ਪਿਆ, ਹਜ਼ੂਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਰੰਗਜ਼ੇਬ ਐ ਤੂੰ ਬੰਦਗੀ ਕਰਨਾ ਪਿਆ, ਬੰਦਗੀ ਤੇ ਨਾਮ ਹੈ ਆਪਣੇ ਮਨ ਨੂੰ ਨਿਰਮਲ ਕਰ ਲੈਣਾ ਸਾਧ ਸੰਗਤ ਚ। ਆਪਣੇ ਮਨ ਨੂੰ ਸਾਫ਼ ਕਰ ਲੈਣਾ ਗੁਰੂ ਦੇ ਪਿਆਰਿਓ, ਉਹ ਬੰਦਗੀ ਹੈ। ਤੇ ਤੇਰੇ ਮਨ ਸਗੋਂ ਕਪਟ ਪੈਦਾ ਹੋ ਗਿਆ ਹੈ। ਉਲਟਾ ਫਰਬਾ ਤੁਧ ਕੀਆ ਮਨ ਕੀਨੀ ਲਾਲਸ। ਤੇ ਤੇਰਾ ਸਗੋਂ ਮਨ ਜਿਉਂ ਤੂੰ ਬੰਦਗੀ ਕਰਨਾ ਨਾ ਪਿਆ, ਜਿਉਂ ਤੂੰ ਨਮਾਜ਼ਾਂ ਪੜ੍ਹਨਾ ਪਿਆ, ਤੇਰੇ ਤੋਂ ਉਲਟਾ ਅਸਰ ਹੁੰਦਾ ਪਿਆ। ਮਨ ਕੀਆਂ ਖੁਸ਼ੀਆਂ ਤੁਧ ਕਰੀ ਪਿਤ ਭਰਾਤ ਮਰਾਏ। ਇਹ ਬੰਦਗੀ ਕਰਨੇ ਪੈ ਸਾਧ ਸੰਗਤ ਚ। ਆਪਣੀਆਂ ਮਨ ਦੀਆਂ ਖੁਸ਼ੀਆਂ ਦੇ ਵਾਸਤੇ ਆਪਣੇ ਪਿਓ ਨੂੰ ਕੈਦ ਕਰ ਦਿੱਤਾ, ਆਪਣੇ ਭਰਾਵਾਂ ਨੂੰ ਮਾਰ ਦਿੱਤਾ। ਇਹ ਬੰਦਗੀ ਕਰਨਾ ਪਿਆ ਸਾਧ ਸੰਗਤ ਚ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਦੇ ਜੀਵਨ ਦਾ ਹਿੱਸਾ ਦੱਸਦੇ ਨੇ ਉਹਨੂੰ ਪਿਆ ਰੰਗਜ਼ੇਬ। ਇਤਿਹਾਸ ਕਹਿੰਦਾ ਪਿਆ, ਰੰਗਜ਼ੇਬ ਨੇ ਆਪਣੇ ਪਰਿਵਾਰ ਦੇ 13 ਜੀ ਮਾਰ ਕੇ ਤੇ ਰਾਜ ਪ੍ਰਾਪਤ ਕੀਤਾ ਸਾਧ ਸੰਗਤ ਚ। ਹਿੰਦੁਸਤਾਨ ਦਾ ਰਾਜ ਲਿਆ ਗੁਰੂ ਦੇ ਪਿਆਰਿਓ। ਇੱਕ ਪਾਸੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਨੇ ਪਏ, ਰੰਗਜ਼ੇਬ ਆਪਣੇ ਦਿੱਲੀ ਚੋਂ, ਲਾਲ ਕਿਲੇ ਚੋਂ ਹਰ ਰੋਜ਼ ਆਪਣੀ ਸ਼ਕਤੀ, ਆਪਣੀ ਕਰਾਮਾਤ ਦੇ ਨਾਲ ਜਾ ਕੇ ਮੱਕੇ ਫਜਰ ਦੀ ਨਮਾਜ਼ ਪੜ੍ਹਦਾ ਸੀ। ਜਾ ਕੇ ਸਾਥ ਸਵੇਰ ਦੀ ਨਮਾਜ਼ ਗੁਰੂ ਦੇ ਪਿਆਰਿਓ, ਉਹਨੂੰ ਫਜਰ ਦੀ ਨਮਾਜ਼ ਕਹਿੰਦੇ, ਸਵੇਰ ਦੀ ਨਮਾਜ਼ ਨੂੰ ਸਾਧ ਸੰਗਤ ਜੀ। ਭਾਵ ਇਥੋਂ ਦਿੱਲੀ ਤੋਂ ਚੱਲਣਾ, ਮੱਕੇ ਪਹੁੰਚਣਾ, ਉੱਥੇ ਨਮਾਜ਼ ਪੜ੍ਹ ਕੇ ਤੇ ਫਿਰ ਦਿੱਲੀ ਲਾਲ ਕਿਲੇ ਜਾ ਕੇ ਤੇ ਫਿਰ ਦਰਬਾਰ ਜਾ ਕੇ ਹਾਜ਼ਰ ਹੁੰਦਾ ਸੀ ਸਾਧ ਸੰਗਤ ਚ। ਸ਼ਕਤੀ ਇੰਨੀ ਵੀ ਸੀ ਗੁਰੂ ਦੇ ਪਿਆਰਿਓ। ਪਰ ਹਜ਼ੂਰ ਪਾਤਸ਼ਾਹ ਕਹਿੰਦੇ, ਰੰਗਜ਼ੇਬ ਕੀ ਤੇਰੇ ਮਨ ਚ ਨਿਰਮਲਤਾ ਹੀ ਆਈ ਹੈ? ਤੂੰ ਆਪਣੇ ਪਿਓ ਨੂੰ ਮਾਫ ਨਹੀਂ ਕੀਤਾ ਸਾਧ ਸੰਗਤ ਚ, ਆਪਣੇ ਭਰਾਵਾਂ ਨੂੰ ਮਾਫ ਨਹੀਂ ਕੀਤਾ। ਇਤਿਹਾਸ ਕਹਿੰਦਾ ਪਿਆ, ਜਦੋਂ ਇਹਨੇ ਆਪਣੇ ਪੁੱਤਰ, ਜਦੋਂ ਆਪਣੇ ਪਿਓ ਸ਼ਾਹਜਹਾਨ ਨੂੰ ਕੈਦ ਕਰ ਦਿੱਤਾ ਨਾ, ਤੇ ਸਾਸੇ ਉਹਨੂੰ ਪਿਆਸ ਲੱਗੀ ਗੁਰੂ ਦੇ ਪਿਆਰਿਓ। ਉਹਨੇ ਇੱਕ ਪੱਤਰਕਾ ਲਿਖੀ, ਐ ਪੁੱਤਰ ਰੰਗਜ਼ੇਬ, ਕਦੇ ਮੈਂ ਵੀ ਹਿੰਦੁਸਤਾਨ ਦਾ ਬਾਦਸ਼ਾਹ ਸਾਂ। ਆਪਣੇ ਪੁੱਤਰ ਨੂੰ ਪੱਤਰਕਾ ਲਿਖਦਾ ਹੈ, ਐ ਪੁੱਤਰ ਰੰਗਜ਼ੇਬ, ਕਦੇ ਮੈਂ ਵੀ ਹਿੰਦੁਸਤਾਨ ਦਾ ਬਾਦਸ਼ਾਹ ਸਾਂ, ਮੈਨੂੰ ਪਿਆਸ ਲੱਗੀ ਹੈ। ਤੇ ਇਹ ਜਿਹੜੇ ਤੇਰੇ ਪਹਿਰੇਦਾਰ ਨੇ, ਸਿਪਾਹੀ ਨੇ, ਕਹਿੰਦੇ ਨੇ ਜਿੰਨਾ ਚਿਰ ਹਜ਼ਰਤ ਬਾਦਸ਼ਾਹ ਹੁਕਮ ਨਾ ਦੇਵੇਗਾ ਤੁਹਾਨੂੰ ਪਾਣੀ ਨਹੀਂ ਪਿਆ ਸਕਦੇ, ਤੇ ਮੈਨੂੰ ਪਾਣੀ ਨਹੀਂ ਦਿੰਦੇ ਪਏ। ਓਏ ਪੁੱਤਰ ਰੰਗਜ਼ੇਬ, ਓਏ ਤੂੰ ਹਿੰਦੂ ਧਰਮ ਤੇ ਕਿੰਨੀ ਤਸ਼ੱਦਦ ਕੀਤੀ ਹੈ ਤੇ ਕਰਨਾ ਪਿਆ, ਪਰ ਹਿੰਦੂ ਧਰਮ ਕਿੰਨਾ ਚੰਗਾ ਹੈ, ਜਿਹੜੇ ਆਪਣੇ ਬਜ਼ੁਰਗਾਂ ਨੂੰ ਮਰਿਆਂ ਤੋਂ ਪਿੱਛੋਂ ਪਾਣੀ ਦਿੰਦੇ ਨੇ ਪਏ, ਤੇ ਤੂੰ ਜਿਉਂਦੇ ਨੂੰ ਪਾਣੀ ਨਹੀਂ ਦਿੰਦਾ ਪਿਆ ਸਾਧ ਸੰਗਤ ਚ। ਕੀ ਤੇਰੇ ਕਰਨੇ ਆਵੇਂ? ਕੀ ਤੈਨੂੰ ਖੁਦਾ ਮਾਫ ਕਰੇਗਾ? ਜਦੋਂ ਇਹ ਪੱਤਰਕਾ ਦੂਤ ਲੈ ਕੇ ਗਿਆ ਨਾ ਰੰਗਜ਼ੇਬ ਦੇ ਪਾਸ, ਰੰਗਜ਼ੇਬ ਨੇ ਪੜ੍ਹ ਲਈ ਸਾਧ ਸੰਗਤ ਚ। ਜਦੋਂ ਰੰਗਜ਼ੇਬ ਨੇ ਪੜ੍ਹੀ ਨਾ, ਉਹਦੇ ਪਿਛਲੇ ਪਾਸੇ ਲਿਖ ਦਿੱਤਾ, ਐ ਪਿਤਾ ਜੀ, ਤੇਰੇ ਵਾਸਤੇ ਹਿੰਦੁਸਤਾਨ ਚ ਪਾਣੀ ਖਤਮ ਹੋ ਚੁੱਕਾ ਹੈ। ਬੜਾ ਚੰਗਾ ਹੁੰਦਾ ਜਿਸ ਸਿਆਹੀ ਦੇ ਨਾਲ ਤੂੰ ਅੱਖਰ ਲਿਖ ਕੇ ਭੇਜੇ ਨਾ ਮੇਰੇ ਕੋਲੋਂ, ਉਹ ਸਿਆਹੀ ਪੀ ਕੇ ਆਪਣੀ ਪਿਆਸ ਬੁਝਾ ਲੈਣ। ਤੇਰੇ ਵਾਸਤੇ ਹਿੰਦੁਸਤਾਨ ਚ ਪਾਣੀ ਕੋਈ ਨਹੀਂ ਸਾਧ ਸੰਗਤ ਚ। ਏਡਾ ਜ਼ਬਰਦਸਤ ਬਾਦਸ਼ਾਹ ਸੀ ਸਾਧ ਸੰਗਤ ਚ।
ਲਿਖਤਾ ਗੁਰੂ ਦੇ ਪਿਆਰਿਓ। ਉਹ ਦਸਮੇਸ਼ ਪਾਤਸ਼ਾਹ ਕਹਿੰਦੇ ਨੇ, ਪਰ ਔਰੰਗਜ਼ੇਬ ਉਹ ਕਾਹਦੀ ਬੰਦਗੀ ਕਰਨਾ ਪਿਆ, ਤੂੰ ਕਾਹਦੀਆਂ ਨਮਾਜ਼ਾਂ ਪੜ੍ਹਨਾ ਪਿਆ, ਜਿਹੜੇ ਪਿਓ ਨੂੰ ਮਾਫ ਨਹੀਂ ਕੀਤਾ, ਆਪਣੇ ਭਰਾਵਾਂ ਨੂੰ ਮਾਫ ਨਹੀਂ ਕਰਦਾ ਪਿਆ। ਬੰਦਗੀ ਤੁਧ ਕੌਣ ਕਰੀ ਸਭ ਕਵਟ ਕਮਾਏ। ਆਪਣੇ ਭਰਾਵਾਂ ਨੂੰ ਮਰਵਾ ਦਿੱਤਾ, ਆਪਣੇ ਪਿਓ ਨੂੰ ਕੈਦ ਕਰ, ਕਿਹੜੀ ਬੰਦਗੀ, ਤੂੰ ਤਾਂ ਸਾਰੇ ਕਪਟ ਕੀਤੇ ਹਨ, ਆਪਣੇ ਖਾਨਦਾਨ ਪਰਿਵਾਰ ਆਪਣੇ ਪਰਿਵਾਰਾਂ ਨੂੰ ਮਰਵਾ ਕੇ। ਜੋ ਮਨ ਤੋਰ ਗੁਮਾਨਿਆ ਮੈਂ ਉਮਤ ਪਿਕੰਬਰ। ਇਹ ਵੀ ਤੇਰੇ ਵਿੱਚ ਬੜਾ ਹੰਕਾਰ ਹੈ, ਪਰ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ। ਸੋ ਛਪਾਤ ਮਮ ਭਰੇ ਗੋ ਤਿਨ ਕਿਹੋ ਬਿਚੰਬਰ। ਤੇਰੇ ਮਨ ਦੇ ਵਿੱਚ ਇਸ ਗੱਲ ਦਾ ਆ ਗਿਆ ਵੀ ਜਿਹੜਾ ਖੁਦਾ ਹੈ ਨਾ, ਅੱਲਾ ਹੈ, ਉਹ ਮੇਰੀ ਗਵਾਹੀ ਭਰੇਗਾ, ਅਥਵਾ ਇਸ ਗੱਲ ਤੇ ਉਹ ਮੇਰੀ ਸਿਫਾਰਿਸ਼ ਭਰੇ ਲਾਏਗਾ ਮੇਰੀ। ਮੈਂ ਸ਼ਫਾਤ ਤਿਸ ਕੀ ਪਰੋਂ ਮੁਝ ਅਮਰ ਕਮਾਵੇ। ਉਹ ਮੇਰੀ ਸਿਫਾਰਿਸ਼ ਕਰਨਗੇ, ਜਿਹੜਾ ਮੈਂ ਹੁਕਮ ਕਰਨਾ, ਜਿਹੜਾ ਮੈਂ ਸੰਸਾਰ ਤੇ ਆਪਣਾ ਕਰਮ ਕਰਦਾ ਹਾਂ ਪਿਆ। ਤਜਣ ਜੋਗ ਜੋ ਬਾਤ ਹੈ ਤਿਸ ਤੇ ਹਟ ਜਾਵੇ। ਔਰੰਗਜ਼ੇਬ ਤੇਰੀ ਕੌਣ ਸਹਾਇਤਾ ਕਰੇਗਾ? ਜਿਹੜੀਆਂ ਗੱਲਾਂ ਛੱਡਣੀਆਂ ਸਨ ਉਹ ਤੇ ਤੂੰ ਛੱਡਦਾ ਕੋਈ ਨਹੀਂ ਪਿਆ, ਜਿਹੜੀਆਂ ਗੱਲਾਂ ਨੂੰ ਧਾਰਨ ਕਰਨਾ ਸੋ ਤੂੰ ਧਾਰਨ ਕਰਦਾ ਨਹੀਂ ਪਿਆ। ਇਸ ਵਾਸਤੇ ਤੇਰੀ ਕਿਸੇ ਨੇ ਸਿਫਾਤ, ਤੇਰੀ ਕਿਸੇ ਨੇ ਗਵਾਹੀ ਨਹੀਂ ਭਰਨੀ। ਜੋ ਕਮਾਵਣੀ ਤਿੰਨ ਕਹੀ ਨਹੀਂ ਕਰੀ ਕਮਾਵਣਾ। ਇਸ ਵਾਸਤੇ ਜਿਹੜੀ ਤੂੰ ਗੱਲ ਮੂੰਹ ਕਰਕੇ ਕਹਿੰਦਾ ਹੈ, ਤੇਰੀ ਕਥਨੀ ਹੋਰ ਹੈ ਤੇ ਕਰਨੀ ਤੇਰੀ ਹੋਰ ਹੈ। ਸਾਧ ਸੰਗਤ ਚ ਕਹਿੰਦਾ ਕੁਛ ਹੈ ਤੇ ਕਰਦਾ ਕੁਛ ਹੈ ਪਿਆ। ਨੈ ਮਾਨੀ ਸੋ ਪੀਰ ਕੀ ਕਿਆ ਕਰੇ ਛੁਡਾਵਨ। ਔਰੰਗਜ਼ੇਬ ਜਦੋਂ ਤੂੰ ਕਿਸੇ ਪੀਰ ਦੀ, ਕਿਸੇ ਪੈਗੰਬਰ ਦੀ ਗੱਲ ਮੰਨਦਾ ਨੇ ਤੇ ਕਿਹੜਾ ਪੀਰ ਤੇਰੀ ਹਾਮੀ ਭਰ ਦੇਗਾ? ਸਾਧ ਸੰਗਤ ਚ ਕਿਹੜਾ ਤਾਂ ਗਵਾਹੀ ਭਰੇਗਾ? ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਾਧ ਸੰਗਤ ਚ ਜਦੋਂ ਅਸੀਂ ਆਪਣੇ ਗੁਰੂ ਪੀਰ ਦੇ ਹੁਕਮ ਦੇ ਅਨੁਸਾਰ ਨਹੀਂ ਚੱਲਦੇ ਪਏ ਤੇ ਉਹ ਗੁਰੂ ਪੀਰ ਸਾਡਾ ਕਿਸ ਤਰ੍ਹਾਂ ਹਾਮੀ ਭਰੇਗਾ? ਗੁਰੂ ਤੇ ਸਾਡੀ ਹਾਮੀ ਨਹੀਂ ਭਰੇਗਾ। ਔਰੰਗਜ਼ੇਬ ਮਾਇਆ ਦੁਨੀਆ ਕਰੰਗ ਹੈ ਤੇ ਤਾਲਬ ਕੁੱਤਾ। ਜਿਹੜਾ ਮਾਇਆ ਹੈ ਨਾ, ਸੰਸਾਰ ਦੀ ਮਾਇਆ ਕੁਰੰਗ ਹੈ ਗੁਰੂ ਦੇ ਪਿਆਰਿਓ, ਤੇ ਲੋਭ ਰੂਪੀ ਕੁੱਤਾ ਹੈ ਸਾਧ ਸੰਗਤ ਚ, ਜਿਹੜਾ ਕਿ ਇਸ ਕੁਰੰਗ ਨੂੰ ਖਾਂਦਾ ਪਿਆ ਗੁਰੂ ਦੇ ਪਿਆਰਿਓ, ਪਰ ਤੋਬਾ ਨਹੀਂ ਕਰਦਾ ਪਿਆ। ਸਾਧ ਸੰਗਤ ਚ ਤੁਸੀਂ ਵੇਖਿਆ ਨਾ, ਇਹ ਕੁੱਤਾ ਹੈ ਨਾ, ਉਹ ਹੱਡੀ ਨੂੰ ਚੱਬਦਾ ਹੈ। ਹੱਡੀ ਨੂੰ ਜੋ ਚੱਬਦਾ ਹੈ ਨਾ, ਤੇ ਚੱਬਦੇ ਨੇ ਤੇ ਮੂੰਹ ਦੇ ਵਿੱਚੋਂ ਹੀ ਲਹੂ ਨਿਕਲਣ ਲੱਗ ਪੈਂਦਾ। ਹੱਡੀ ਨੂੰ ਆਪਣੇ ਮੂੰਹ ਚੋਂ ਲਹੂ ਨਿਕਲਦਾ ਪਿਆ। ਸਾਧ ਸੰਗਤ ਕਹਿੰਦਾ ਇਹਦੇ ਹੱਡੀ ਚੋਂ ਨਿਕਲਦਾ ਪਿਆ, ਉਹ ਸਵਾਦ ਨਾਲ ਹੋਰ ਚੱਪ ਜੀ ਵੀ ਜਾਂਦੇ। ਸਾਧ ਸੰਗਤ ਚ ਇਸ ਤਰ੍ਹਾਂ ਰੰਗ ਤੈਨੂੰ ਤੇਰੇ ਅੰਦਰ ਲੋਭ ਵੜ ਗਿਆ, ਕੁੱਤਾ ਵੜ ਗਿਆ ਤੇਰੇ। ਸਾਧ ਸੰਗਤ ਚ ਤੂੰ ਇਹ ਆਪਣੇ ਸੁਖ ਦੇ ਵਾਸਤੇ ਇਸ ਸੰਸਾਰ ਤੇ ਉਸ ਭਗਵਾਨ ਦੀ ਦਰਗਾਹ ਨੂੰ ਚੰਗਾ ਲੱਗਣ ਦੇ ਵਾਸਤੇ ਤੂੰ ਇਹ ਕਰਮ ਕਰਨਾ ਪਿਆ। ਤੋ ਕੋ ਨੇ ਬਖਸ਼ਾਵੇ ਸਭ ਕਰਮ ਅਵਸਥਾ। ਇਹ ਜਿਹੜਾ ਤੂੰ ਭੈੜਾ ਕੰਮ ਕਰਨਾ ਪਿਆ, ਬੁਰੇ ਕੰਮ ਕਰਨਾ ਪਿਆ, ਇਹ ਨਾ ਤੇਰੀ ਕਿਸੇ ਨੇ ਤੇਰੀ ਗਵਾਹੀ ਨਹੀਂ ਭਰਨੀ, ਤੈਨੂੰ ਕਿਸੇ ਨੇ ਤੈਨੂੰ ਛਡਾਣਾ ਨਹੀਂਗਾ। ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਕਹਿੰਦੇ ਨੇ ਸਾਧ ਸੰਗਤ ਜੀ, ਮਹਾਤਮਾ ਨਾ ਫਰੀਦ ਜੀ ਸਾਧ ਸੰਗਤ ਤੁਰੇ ਜਾਂਦੇ ਸੀ ਪਏ। ਉਹ ਜੋ ਤੁਰੇ ਜਾਂਦੇ ਨੇ ਨਾ ਪਏ, ਕਹਿੰਦੇ ਨੇ ਅੱਗੇ ਇੱਕ ਬੱਚੀ ਬੇਸ਼ਵਾ ਬੈਠੀ ਸੀ ਸਾਧ ਸੰਗਤ ਚ, ਜਿਸ ਨੇ ਬਹੁਤ ਸਰੀਰ ਦੇ ਹਾਰ ਤੇ ਸ਼ਿੰਗਾਰਾਂ ਨੂੰ ਆਪਣੇ ਸਰੀਰ ਤੇ ਉਹਨਾਂ ਦਾ ਭਾਵ ਗ੍ਰਹਿਣ ਕੀਤਾ ਸੀ। ਸਾਧ ਸੰਗਤ ਚ ਮਹਾਤਮਾ ਕਹਿੰਦੇ ਨੇ, ਐ ਬੱਚੀ, ਜੇ ਤੂੰ ਇੰਨਾ ਚਿਰ ਉਸ ਭਗਵਾਨ ਦਾ ਸਿਮਰਨ ਕਰਿਆ ਕਰੇ, ਨਾਮ ਜਪਿਆ ਕਰੇ, ਤੇ ਤੇਰੀ ਦਰਗਾਹ ਦੇ ਵਿੱਚ ਤੇਰਾ ਮੁਖ ਉਜਲ ਹੋਵੇਗਾ। ਸਾਧ ਸੰਗਤ ਚ ਭਾਵ ਤੇਰਾ ਲੋਕ ਦਾ ਵੀ ਤੇਰਾ ਪ੍ਰਲੋਕ ਦਾ ਭਲਾ ਹੋਵੇਗਾ। ਪਰ ਦਾਸ ਨੇ ਪ੍ਰਾਰਥਨਾ ਕੀਤੀ ਸੀ ਆਪ ਦੇ ਚਰਨਾਂ ਚ, ਭਈ ਸਾਧੂ ਸੰਤ ਮਹਾਤਮਾ ਗੁਰੂ ਪੀਰ ਸੰਸਾਰ ਨੂੰ ਬੜੇ ਚਿਰਾਂ ਤੋਂ ਉਪਦੇਸ਼ ਦਿੰਦੇ ਨੇ ਪਏ। ਸਾਧ ਸੰਗਤ ਚ ਇਹ ਕੰਮ ਕਰੀਏ, ਆਹ ਕੰਮ ਕਰੋ, ਆਹ ਕੰਮ ਚੰਗਾ ਹੈ, ਪਰ 84 ਲੱਖ ਜੂਨ ਦੇ ਵਿੱਚ ਇੱਕ ਸਿਰਫ ਮਨੁੱਖ ਨੂੰ ਸਮਝਾਉਣਾ ਔਖਾ, ਬਾਕੀ ਸਾਰੀ ਜੂਨਾਂ ਨੂੰ ਸਮਝਾਉਣਾ ਸੌਖਾ ਹੈ। ਸਾਧ ਸੰਗਤ ਚ ਇਹ ਉਸੂਲ ਹੈ ਗੁਰੂ ਦੇ ਪਿਆਰ। ਕਹਿੰਦੇ ਨੇ ਇਸ ਬੱਚੀ ਨੇ ਨਾ ਪ੍ਰਵਾਹ ਕੀਤੀ ਸਾਧ ਸੰਗਤ ਚ, ਇਸ ਵੇਸ਼ਵਾ ਨਾ ਪ੍ਰਵਾਹ ਕੀਤੀ ਗੁਰੂ ਦੇ ਪਿਆਰਿਓ। ਸਮਾਂ ਆ ਗਿਆ, ਮੌਤ ਹੋ ਗਈ ਸਾਧ ਸੰਗਤ ਚ। ਉਸ ਮੌਤ ਹੋਣ ਦੇ ਨਾਲ ਇਹਨਾਂ ਨੇ ਆਪ ਆਪਣੇ ਕਰਮ ਦੇ ਅਨੁਸਾਰ ਜੋ ਕਰਨਾ ਸੀ ਕੀਤਾ, ਕਰਵਾਇਆ। ਸਮਾਂ ਆ ਗਿਆ, ਇਹ ਮਹਾਤਮਾ ਫਰੀਦ ਜੀ ਨਾ ਫਿਰਦੇ ਫਿਰਦੇ ਕਬਰਸਤਾਨ ਚ ਪੜ ਗਏ। ਸਾਧ ਸੰਗਤ ਚ ਜਦੋਂ ਵੇਖਿਆ ਨਾ ਇਹ ਲਾਸ਼ ਤੇ ਕਰੰਗ ਪਿਆ ਤੇ ਭਗਵਾਨ ਨਾਲ ਜੁੜ ਗਏ। ਸਾਧ ਸੰਗਤ ਚ
ਤੁਹਾਡੀ ਗੁਰਬਾਣੀ ਦੀ ਸ਼ਹਾਦਤ ਇਸ ਗੱਲ ਦੀ। ਕਹਿੰਦਾ ਹੈ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠ ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਹਿਠ। ਸਾਧ ਸੰਗਤ ਚ ਗੁਰਬਾਣੀ ਦੇ ਵਿੱਚ ਮਹਾਤਮਾ ਬਾਬਾ ਫਰੀਦ ਜੀ ਕਹਿੰਦੇ ਨੇ ਪਏ ਫਰੀਦਾ ਜਿਨ ਲੋਇਨ ਜਗ ਮੋਹਿਆ, ਕਹਿੰਦੇ ਨੇ ਦੁਨੀਆ ਦੇ ਲੋਕੋ ਇਹ ਉਹ ਨੇਤਰ ਨੇ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਮੋਹਿਆ ਸੀ, ਵਸ ਕੀਤਾ ਸੀ। ਸਾਧ ਸੰਗਤ ਚ ਕਹਿੰਦੇ ਨੇ ਜਿਨ ਸੇ ਲੋਇਨ ਮੈਂ ਡਿਠ, ਇਹ ਉਹ ਕੰਗ ਪਿਆ, ਉਹ ਸਰੀਰ ਪਿਆ ਕੱਜਲ ਰੇਖ ਨਾ ਸਹਿੰਦਿਆਂ। ਜੇ ਇਹਦੀ ਦਾਸੀ ਇਹਦੀ ਗੋਲੀ ਮਾੜਾ ਜਿਹਾ ਕੱਜਲ ਜਿਹੜਾ ਸੀ ਨਾ ਉਹ ਥੋੜਾ ਜਿਹਾ ਹੋਣਾ ਨਾ ਸਖਤ, ਤੇ ਉਹ ਕੱਜਲ ਨੇ ਅੱਖਾਂ ਝੱਲਦੀਆਂ। ਅੱਜ ਇਹਨਾਂ ਅੱਖਾਂ ਦੇ ਵਿੱਚ ਪੰਛੀਆਂ ਨੇ ਆਲ੍ਹਣੇ ਪਾਏ ਨੇ। ਸਾਧ ਸੰਗਤ ਚ ਉਹ ਸਰੀਰ ਹੈ ਗੁਰੂ ਦੇ ਪਿਆਰੇ। ਇਸ ਵਾਸਤੇ ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਉਪਦੇਸ਼ ਕਰਦੇ ਨੇ ਪਏ ਰੰਗ ਸੇਬ ਐੜ ਤੂੰ ਕੱਜ ਆ ਜਿਹੜਾ ਤੇਰਾ ਅਵਤਾ ਕੰਮ ਹੈ ਨਾ, ਬੁਰਾ ਕੰਮ ਕਿਹੜਾ ਹੈ? ਆਹ ਜਿਹੜਾ ਤੂੰ ਆਪਣੇ ਪਿਓ ਆਪਣੇ ਭਰਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਚਾਰੇ ਸਾਹਿਬਜ਼ਾਦੇ ਸਿੱਖ ਸਿੱਖਣੀਆਂ ਤੇ ਇਨੀ ਤਸ਼ੱਦਦ ਕੀਤੀ ਹੈ, ਅਥਵਾ ਇਹ ਹਿੰਦੂ ਧਰਮ ਨੂੰ ਖਤਮ ਕਰਨੇ ਪਿਆ, ਜਿਹੜਾ ਤੇਰਾ ਅਵਤਾ ਕੰਮ ਹੈ ਨਾ, ਇਹਨੇ ਤੇਰੀ ਦਰਗਾਹ ਜਾ ਕੇ ਸਹਾਇਤਾ ਨਹੀਂ ਕਰਨੀ ਤੇਰੀ। ਜੋ ਗੁਮਾਨ ਹੈ ਸ਼ਰੇ ਕੋ ਇਹ ਬਖਸ਼ਿਸ਼ ਹੋਵੇ। ਇੱਕ ਤੈਨੂੰ ਹੋਰ ਬੜਾ ਗੁਮਾਨ ਹੈ ਵੀ ਮੈਂ ਸ਼ਰਈ ਬੜਾ। ਸਾਧ ਸੰਗਤ ਚ ਮੈਂ ਬੜਾ ਸ਼ਰ੍ਹਾ ਦਾ ਪੱਕਾ ਹਾਂ। ਸਭੀ ਸ਼ਰੇ ਮੈਂ ਬਦੇ ਹੈ ਕਿਮ ਬਖਸ਼ਣ ਜੋਵੈ। ਤੇ ਜਿਤਨਾ ਸੰਸਾਰ ਹੈ ਸਾਰੇ ਆਪਣੀ ਸ਼ਰ੍ਹਾ ਚ ਬੱਧੇ ਨੇ। ਸਾਧ ਸੰਗਤ ਜੀ ਜਿਵੇਂ ਜਿੱਥੇ ਜਿੱਥੇ ਕੋਈ ਲੱਗਾ ਉਹਨੂੰ ਸਾਰਿਆਂ ਨੂੰ ਆਪਣੀ ਸ਼ਰ੍ਹਾ ਪਿਆਰੀ ਹੈ। ਪੰਥ ਸ਼ਰਾ ਕਰ ਬਖਸ਼ੋਏ ਕਿਉ ਭਜਨ ਕਰੈ ਕੋ। ਬੜੀ ਵੱਡੀ ਗੱਲ ਜੇ ਸਮਝਣ ਵਾਲੀ। ਸਾਧ ਸੰਗਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਰੰਗ ਜ਼ੇਬ ਜੇ ਪੰਥ ਤੇ ਸ਼ਰਾ ਕਰਕੇ ਮੁਕਤੀ ਮਿਲ ਜਾਵੇ ਤੇ ਸਾਧੂ ਸੰਤ ਮਹਾਤਮਾ ਕਿਉਂ ਕਹਿੰਦੇ ਨੇ ਸਿਮਰਨ ਕਰਿਆ ਕਰੋ। ਸਾਧ ਸੰਗਤ ਚ ਭਾਵ ਤੁਸੀਂ ਵੇਖੋ ਵੀ ਜੇ ਹੁਣ ਮੈਂ ਨਿਰਾਈ ਆਖੀ ਜਾਵਾਂ ਵੀ ਮੈਂ ਨਾਮਧਾਰੀ, ਮੈਂ ਕੂਕਾ, ਮੈਂ ਅਕਾਲੀ ਜਾਂ ਮੈਂ ਨਿਰੰਕਾਰੀ ਜਾਂ ਮੈਂ ਰਾਧਾ ਸੁਆਮੀ, ਇਹਦੇ ਗੱਲ ਛੁੱਟ ਜਾਏਗੀ ਹੋ ਜਾਏਗੀ। ਸਾਧ ਸੰਗਤ ਚ ਇਹਦੇ ਨੇ ਗੱਲ ਤੇ ਨਹੀਂ ਮੁੱਕਣੀ ਗੁਰੂ ਦੇ ਪਿਆਰਿਓ। ਭਾਵ ਇਹ ਆਪਾਂ ਅਖਵਾ ਕੇ ਨਾਮਧਾਰੀ ਬਣ ਕੇ ਅਕਾਲੀ ਬਣ ਕੇ ਸਿੱਖ ਬਣ ਕੇ ਰਾਧਾ ਸੁਆਮੀ ਬਣ ਕੇ ਜਾਂ ਨਿਰੰਕਾਰੀ ਬਣ ਕੇ ਜਿੰਨਾ ਚ ਆਪਾਂ ਭਗਵਾਨ ਦਾ ਸਿਮਰਨ ਨਹੀਂ ਕਰਾਂਗੇ ਤੇ ਇਹਨਾਂ ਮਜ਼ਹਬ ਦਾ ਗੱਲ ਮੁੱਕ ਜਾਏਗੀ, ਗੱਲ ਸੁੱਕ ਜਾਏਗੀ। ਸਾਧ ਸੰਗਤ ਚ ਇਸ ਵਾਸਤੇ ਰੰਗ ਜ਼ੇਬ ਤੂੰ ਕਹਿੰਦਾ ਮੈਂ ਬੜਾ ਸ਼ਰਈ ਆ, ਤੇ ਜੇ ਇਹ ਗੱਲ ਸ਼ਰ੍ਹਾ ਚ ਆਉਣ ਦੇ ਨਾਲ ਇਹਨੇ ਕਿਸੇ ਪੰਥ ਨੂੰ ਗ੍ਰਹਿਣ ਕਰਨ ਦੇ ਨਾਲ ਮੁਕਤੀ ਮਿਲੇ ਤੇ ਸਾਧੂ ਸੰਤ ਮਹਾਤਮਾ ਕਿਉਂ ਆਂਦੇ ਨੇ ਸਿਮਰਨ ਕਰਿਆ ਕਰੋ। ਸਾਧ ਸੰਗਤ ਚ ਫਿਰ ਵੀ ਸਿਮਰਨ ਕਰਨ ਦੀ ਲੋੜ ਹੈ ਗੁਰੂ ਦੇ ਪਿਆਰੇ, ਫਿਰ ਵੀ ਨਾਮ ਜਪਣ ਦੀ ਲੋੜ ਹੈ। ਇਸ ਵਾਸਤੇ ਸ਼ਰ੍ਹਾ ਤੇ ਪੰਥ ਨੇ ਕਿਸੇ ਦੀ ਸਹਾਇਤਾ ਨਹੀਂ ਕਰਨੀ ਜਿੰਨਾ ਚ ਆਪਾਂ ਭਗਵਾਨ ਦਾ ਨਾਮ ਨਹੀਂ ਜਪਦੇ, ਉਹਦੀ ਬੰਦਗੀ ਨਹੀਂ ਕਰਦੇ। ਸੰਤ ਜਨਾ ਕੀ ਸੇਵ ਕੀ ਕਿਉਂ ਜਾਏ ਕਰੈ ਕੋ। ਇਹ ਕਿਉਂ ਲੋਕੀ ਜਾਂਦੇ ਨੇ ਫਲਾਣੇ ਸੰਤ ਕੋਲ ਜਾਓ, ਫਲਾਣੇ ਸੰਤ ਨੂੰ ਮਿਲੋ, ਫਲਾਣੇ ਭਾਈ ਉਹ ਭਲਾ ਕਰੇਗਾ। ਜੇ ਇਹ ਗੱਲ ਹੋਵੇ ਤੇ ਜਦੋਂ ਕੋਈ ਨਾਮਧਾਰੀ ਬਣ ਗਿਆ, ਕੋਈ ਅਕਾਲੀ ਬਣ ਗਿਆ, ਕੋਈ ਰਾਧਾ ਸੁਆਮੀ ਬਣ ਗਿਆ, ਕੋਈ ਨਿਰੰਕਾਰੀ ਬਣ ਗਿਆ, ਫਿਰ ਗੱਲ ਮੁੱਕ ਜਾਣੀ ਚਾਹੀਦੀ। ਸਾਧ ਸੰਗਤ ਚ ਫਿਰ ਕਿਸੇ ਕੋ ਜਾਣ ਦੀ ਕੀ ਲੋੜ ਹੈ? ਇਸ ਵਾਸਤੇ ਜੇ ਫੇਰ ਵੀ ਸਾਧੂ ਸੰਤਾਂ ਮਹਾਤਮਾ ਦੇ ਕੋਲ ਜਾ ਕੇ ਉਹ ਪ੍ਰੇਰਨਾ ਦੇਣ ਪਿੰਡ ਸਿਮਰਨ ਕਰੋ ਸਿਮਰਨ ਕਰੋ, ਤੇ ਕਿਉਂ ਨਹੀਂ ਸਿਮਰਨ ਕਰਦਾ ਤੂੰ? ਸਾਹਿਬ ਲੋਕ ਖੁਸ਼ੀ ਬਿਨ ਨੈ ਦਰਗਾਹ ਬਾਸਾ। ਇਸ ਵਾਸਤੇ ਸਾਹਿਬ ਦੇ ਲੋਕ ਕਿਹੜੇ ਨੇ? ਸਾਧੂ ਮਹਾਤਮਾ। ਸਾਧ ਸੰਗਤ ਚ ਉਹਦਾ ਸਿਮਰਨ ਕਰਨ ਵਾਲੇ ਬੰਦਗੀ ਕਰਨ ਵਾਲੇ ਗੁਰੂ ਦੇ ਪਿਆਰਿਓ, ਜਿੰਨਾ ਚਿਰ ਉਹ ਜਿਹੜੇ ਸਾਹਿਬ ਦੇ ਲੋਕ ਨੇ ਨਾ ਉਹਨਾਂ ਸਾਧੂ ਸੰਤਾਂ ਮਹਾਤਮਾ ਦੀ ਖੁਸ਼ੀ ਨਹੀਂ ਪ੍ਰਾਪਤ ਕਰਦਾ, ਉਹਨਾਂ ਚ ਕਦੇ ਵੀ ਬਹਿਸ਼ਤਾਂ ਦੀ ਸਵਰਗਾਂ ਦੀ ਪ੍ਰਾਪਤੀ ਨਹੀਂ ਹੋਵੇਗੀ। ਬਿਨ ਸਾਹਿਬ ਕੀ ਬੰਦਗੀ ਕੂੜਾ ਪਰਵਾਸਾ। ਇਸ ਵਾਸਤੇ ਉਹ ਸਾਹਿਬ ਦੀ ਬੰਦਗੀ ਤੋਂ ਬਗੈਰ ਕੂੜਾ ਪਰਵਾਸਾ। ਸਾਧ ਸੰਗਤ ਚ ਕੋਈ ਪਰਵਾਸਾ ਨਹੀਂ ਗੁਰੂ ਦੇ ਪਿਆਰਿਓ। ਇਸ ਵਾਸਤੇ ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਕਹਿੰਦੇ ਨੇ ਪਏ ਭਈ ਉਸ ਭਗਵਾਨ ਦੀ ਬੰਦਗੀ ਤੋਂ ਬਗੈਰ ਸਾਧ ਸੰਗਤ ਚ ਉਸ ਅਕਾਲ ਪੁਰਖ ਦੇ ਨਾਮ ਤੋਂ ਬਗੈਰ ਸਾਰੇ ਕੂੜੇ ਪ੍ਰਵਾਸੇ ਹਨ। ਜੋ ਤੂੰ ਕਰੇ ਗੁਮਾਨਿਐ ਜਸ ਘਰ ਸਭ ਮੇਰਾ। ਇਹ ਵੀ ਤੇਰੇ ਮਨ ਚ ਹੰਕਾਰ ਹੈ, ਗੁਮਾਨ ਹੈ ਕਿ ਮੈਂ ਆਹ ਕੰਮ ਕਰਾਂਗਾ ਤੇ ਮੇਰੀ ਸੰਸਾਰ ਦੇ ਲੋਕ ਸਿਫਤ ਕਰਨਗੇ, ਮੇਰਾ ਜਸ ਕਰਨਗੇ। ਇਤ ਕਰ ਬਖਸ਼ਣ ਹੋਏਗੀ ਬਿਨ ਲੋਭ ਨਾ ਹੇਰਾ। ਇਹ ਵੀ ਤੇਰੇ ਮਨ ਚ ਲੋਭ ਜਿਹੜਾ ਆ ਗਿਆ ਨਾ ਇਸ ਗੱਲ ਦਾ ਵੀ ਮੈਂ ਆਹ ਕੰਮ ਕਰਾਂਗਾ ਮੇਰੀ ਤਾਂ ਮੁਕਤੀ ਹੋਵੇਗੀ, ਆਹ ਕਰਾਂਗਾ ਤਾਂ ਮੁਕਤੀ ਹੋਵੇਗੀ, ਇਹ ਵੀ ਤੇਰੇ ਮਨ ਚ ਗਲਤ ਖਿਆਲ ਆ ਗਿਆ ਹੈ। ਲਾਲਚ ਕਰ ਜੋ ਕਰਤ ਥੇ ਤਿਨ ਨਰਕ ਲੈ ਜਾਹੀ। ਜਿਨ੍ਹਾਂ ਜਿਨ੍ਹਾਂ ਨੇ ਲਾਲਚ ਕੀਤਾ ਸਾਧ ਸੰਗਤ ਚ
ਕਾਹਦਾ ਲਾਲਚ? ਬੁਰੇ ਕੰਮਾਂ ਦਾ, ਵਿਸ਼ੇ ਵਿਕਾਰਾਂ ਦਾ ਲਾਲਚ ਕੀਤਾ, ਉਹ ਨਰਕਾਂ ਨੂੰ ਚਲੇ ਗਏ, ਅਪੜ ਗਏ। ਫਿਰਾ ਹੁਣ ਪ੍ਰਭ ਤੇ ਪਏ ਬਹੁ ਮਿਲੇ ਸਜਾਈ। ਦਸਮੇਸ਼ ਪਾਤਸ਼ਾਹ ਇੱਕ ਮਿਸਾਲ ਦਿੰਦੇ ਨੇ ਸਾਜਿਕ। ਫਰਿਆਉਣ ਬਾਦਸ਼ਾਹ ਹੋਇਆ ਸਾਧ ਸੰਗਤ ਚ। ਇੱਕ ਫਰਿਆਉਣ ਬਾਦਸ਼ਾਹ ਦੇ ਇੱਕ ਵਜ਼ੀਰ ਸੀ ਗੁਰੂ ਦੇ ਪਿਆਰਿਓ। ਕਾਰੂ ਬਾਦਸ਼ਾਹ ਦਾ ਇਹ ਫਰਿਆਉਣ ਵਜ਼ੀਰ ਸੀ ਸਾਧ ਸੰਗਤ ਚ। ਇੰਨੀ ਕਲਾ ਸੀ ਇਹਦੇ ਵਿੱਚ, ਇੰਨੀ ਇਹਦੇ ਵਿੱਚ ਸਫਾਈ ਸੀ। ਕਹਿੰਦੇ ਨੇ ਉਸ ਅਕਾਲ ਪੁਰਖ ਨੇ ਇਹਨੂੰ ਲੈਣ ਦੇ ਵਾਸਤੇ ਦੂਤ ਭੇਜ ਦਿੱਤੇ ਸਾਧ ਸੰਗਤ ਚ। ਇਸ ਫਰਿਆਉਣ ਨੇ ਕੀ ਕੀਤਾ? ਆਪਣੇ ਬਹੁਤ ਸਾਰੇ ਬੁੱਤ ਤਿਆਰ ਕਰ ਦਿੱਤੇ ਸਾਧ ਸੰਗਤ ਚ। ਆਪਣੀ ਹੁਸ਼ਿਆਰੀ ਦੇ ਨਾਲ, ਆਪਣੀ ਚਲਾਕੀ ਦੇ ਨਾਲ, ਆਪਣੀ ਕਲਾ ਦੇ ਨਾਲ ਏਡੇ ਏਡੇ ਸੰਸਾਰ ਤੇ ਹੋ ਚੁੱਕੇ ਨੇ ਗੁਰੂ ਦੇ ਪਿਆਰਿਓ। ਜਦੋਂ ਜਮਦੂਤ ਆਏ ਨਾ ਤੇ ਉਹ ਕਹਿੰਦੇ, ਉਹ ਆ ਵਿਚਾਰ ਕਰਦੇ ਨੇ ਵੀ ਭਗਵਾਨ ਨੇ ਫਰਿਆਉਣ ਨੂੰ ਲਿਆਉਣ ਵਾਸਤੇ ਭੇਜਿਆ ਸੀ ਤੇ ਇੱਥੇ ਤੇ ਸੈਂਕੜੇ ਉਹਨਾਂ ਦੀਆਂ ਬੁੱਤ ਬਣੇ ਨੇ ਸਾਧ ਸੰਗਤ ਚ। ਸਾਰੇ ਸੋਚ ਕੇ ਵੇਖ ਕੇ ਵਾਪਸ ਚਲੇ ਗਏ ਸਾਧ ਸੰਗਤ। ਕਹਿੰਦੇ ਭਗਵਾਨ ਹੁਣ ਤੂੰ ਪਤਾ ਨਹੀਂ ਕਿਹੜੇ ਫਰਿਆਉਣ ਨੂੰ ਲਿਆਉਣ ਵਾਸਤੇ ਸਾਨੂੰ ਆਖਿਆ। ਉੱਥੇ ਤੇ ਬੜੇ ਬੁੱਤ ਬਣ ਚੁੱਕੇ ਨੇ, ਬੜੀਆਂ ਮੂਰਤੀਆਂ ਬਣੀਆਂ ਨੇ ਉੱਥੇ ਤੇ, ਬੜੇ ਫਰਿਆਉਣ ਖਲੋਤੇ ਨੇ ਸਾਧ ਸੰਗਤ ਚ। ਲੱਗਾ ਭਗਵਾਨ ਸੋਚਣ ਸਾਧ ਸੰਗਤ ਜੀ। ਕਹਿੰਦਾ ਜਮਦੂਤੋ ਇਸ ਤਰ੍ਹਾਂ ਕਰੋ, ਤੁਸੀਂ ਜਾਓ ਤੇ ਸਾਰਿਆਂ ਦੀ ਨਾ ਸਿਫਤ ਕਰੀ ਜਾਓ ਜੇ ਸਾਧ ਸੰਗਤ ਚ। ਵਾਹ ਬੁੱਤ ਬਣਾਉਣ ਵਾਲਿਆ, ਵਾਹ ਬੁੱਤ ਬਣਾਉਣ ਵਾਲਿਆ, ਵਾਹ ਕਲਾ ਤੇਰੀ, ਕੈਸੀ ਤੇਰੀ ਕਲਾ ਹੈ। ਭਾਵ ਬਣਾ ਕੇ ਨਾ ਬੁੱਤ ਵਿੱਚ ਆਪੜ ਖਲੋ ਰਿਹਾ ਸਾਧ ਸੰਗਤ ਜੀ। ਇਸ ਤਰ੍ਹਾਂ ਕੀਤਾ ਉਹਨੇ ਗੁਰੂ ਦੇ ਪਿਆਰਿਓ। ਜਦੋਂ ਕਰਦਾ ਗਿਆ, ਜਦੋਂ ਦੂਤ ਆ ਗਏ ਨਾ, ਉਹ ਸਿਫਤ ਕਰਦੇ ਗਏ, ਵੇਖਦੇ ਗਏ, ਸਲਾਹੁੰਦੇ ਗਏ, ਸਿਫਤ ਕਰਦੇ ਗਏ। ਕਰਦੇ ਜਦੋਂ ਇੱਕ ਜਾਂ ਗਏ ਨਾ, ਜੋ ਇੱਕ ਦਾ ਰਹਿ ਗਿਆ ਨਾ, ਕਹਿੰਦੇ ਨੇ ਇੱਥੇ ਆ ਕੇ ਨਾ ਕੰਮ ਖਰਾਬ ਕਰ ਗਿਆ ਸਾਧ ਸੰਗਤ ਚ। ਹੋਰ ਸਾਰੀ ਚੀਜ਼ਾਂ ਵਧੀਆ ਬਣਾਈਆਂ ਨੇ, ਪਰ ਇਹਦਾ ਨੱਕ ਨਹੀਂ ਠੀਕ ਬਣਾਇਆ। ਉਹ ਵਿੱਚੋਂ ਬੋਲ ਪਿਆ, ਕਹਿੰਦਾ ਕਿਹੜਾ? ਬਸ ਕਹਿੰਦਾ ਇੰਨੀ ਗੱਲ ਸੀ ਸਾਧ ਸੰਗਤ ਚ, ਇੰਨੀ ਗੱਲ ਸੀ ਗੁਰੂ ਦੇ ਪਿਆਰਿਓ। ਬਸ ਤੋਰ ਲਿਆ ਗੁਰੂ ਦੇ ਪੈਰਾਂ ਨਾਲ ਸਾਧ ਸੰਗਤ ਜੀ। ਦਸਮੇਸ਼ ਪਾਤਸ਼ਾਹ ਕਹਿੰਦੇ ਨੇ, ਓਏ ਔਰੰਗਜ਼ੇਬ, ਇਹ ਤੇਰੇ ਵਰਗੇ ਬੜੇ ਬੜੇ ਹੁਸ਼ਿਆਰ ਤੇ ਚਲਾਕ ਫਰਿਆਉਣ ਵਰਗੇ ਇੱਥੇ ਆ ਗਏ ਨੇ, ਪਰ ਉਹ ਵੀ ਇਹਨਾਂ ਦੀ ਕਿਸੇ ਦੀ ਪੇਸ਼ ਨਹੀਂ ਗਈ ਉਸ ਅਕਾਲ ਪੁਰਖ ਦੇ ਅੱਗੇ। ਸਹਿਬ ਸਤਾਰਿਓ ਦਿਲ ਗਣੇ ਸੋ ਬਖਸ਼ਿਸ਼ ਮੋਹੀ। ਇਹ ਬੜੀ ਗੱਲ ਕਮਾਲ ਦੀ ਦਸਮੇਸ਼ ਪਾਤਸ਼ਾਹ ਲਿਖਦੇ ਨੇ ਸਾਧ ਸੰਗਤ ਜੀ। ਕਹਿੰਦੇ ਔਰੰਗਜ਼ੇਬ, ਤੇਰੇ ਮਨ ਦੇ ਵਿੱਚ ਇਹ ਵਿਸ਼ਵਾਸ ਹੈ ਭਈ ਜਿਹੜਾ ਉਹ ਅਕਾਲ ਪੁਰਖ ਹੈ ਨਾ, ਉਹਦੇ ਦਰਬਾਰ ਦੇ ਵਿੱਚ, ਅੱਲਾਹ ਖੁਦਾ ਦੇ ਦਰਬਾਰ ਦੇ ਵਿੱਚ ਸਦਾ ਵਾਸਤੇ ਬਖਸ਼ਿਸ਼ ਮਿਲਦੀ ਆ। ਉਹਦੇ ਦਰਬਾਰ 'ਚ ਰਹਿਮਤ ਮਿਲਦੀ ਹੈ। ਸਿਫਤ ਕਹਾ ਸਤਾਰ ਹੈ ਸਹਿਬ ਕੀ ਦੋਹੀ। ਕਹਿੰਦੇ ਨੇ ਰੰਗ ਸਿਫਤ ਤੋਂ ਇਸ ਗੱਲ ਦਾ ਵਿਚਾਰ ਨਹੀਂ ਕਰਦਾ। ਜੇ ਉਹਦੇ ਦਰਬਾਰ ਦੇ ਵਿੱਚ ਨਿਰੀ ਸਿਫਤ ਨਹੀਂ, ਉਹਦੇ ਦਰਬਾਰ 'ਚ ਨਿਰੀ ਬਖਸ਼ਿਸ਼ ਨਹੀਂ, ਉਹਦੇ ਦਰਬਾਰ 'ਚ ਡੰਡ ਵੀ ਹੈ ਸਾਧ ਸੰਗਤ 'ਚ। ਸਭ ਧਿਆਨ ਦੇਣਾ ਇਸ ਗੱਲ ਦਾ ਗੁਰੂ ਦੇ ਪਿਆਰਿਓ। ਜੇ ਉਸ ਅੱਲਾਹ ਖੁਦਾ ਭਗਵਾਨ ਪ੍ਰਮਾਤਮਾ ਦੇ ਦਰ ਦੇ ਵਿੱਚ, ਦਰਬਾਰ ਦੇ ਵਿੱਚ, ਦਰਗਾਹ ਦੇ ਵਿੱਚ ਬਖਸ਼ਿਸ਼ ਹੈ ਤੇ ਡੰਡ ਕੌਣ ਦਿੰਦਾ ਫਿਰ ਸਾਧ ਸੰਗਤ ਜੀ? ਡੰਡ ਵੀ ਤੋਂ ਹੀ ਦਿੰਦਾ ਹੈ ਨਾ। ਇਸ ਵਾਸਤੇ ਔਰੰਗਜ਼ੇਬ ਤੇਰੇ ਮਨ 'ਚ ਵਿਸ਼ਵਾਸ ਆ ਚੁੱਕਾ ਹੈ ਵੀ ਉਸ ਭਗਵਾਨ ਦੇ ਦਰਗਾਹ ਦੇ ਵਿੱਚ, ਉਸ ਅੱਲਾਹ ਦੀ ਦਰਗਾਹ 'ਚ ਸਦਾ ਵਾਸਤੇ ਬਖਸ਼ਿਸ਼ ਨਹੀਂ, ਬਖਸ਼ਿਸ਼ ਵੀ ਉਹਦੇ ਦਰ 'ਚ ਤੇ ਡੰਡ ਵੀ ਉਹਦੀ ਦਰਗਾਹ ਦੇ ਵਿੱਚੋਂ ਮਿਲਦਾ ਹੈ। ਤੁਝਨੇ ਕਿਸ ਕੇ ਉਪਰੇ ਮਨਸਾ ਯਾ ਤਾਰੀ। ਇਸ ਸਮੇਂ ਵੀ ਤੂੰ ਕਿਹਦੇ ਤੇ ਮਨਸਾ ਰੱਖੀ ਹੈ, ਸ਼ਰਧਾ ਰੱਖਣਾ ਸਾਧ ਸੰਗਤ 'ਚ। ਤੈਨੂੰ ਨਹੀਂ ਪਤਾ ਇਸ ਗੱਲ ਦਾ ਵੀ ਉਸ ਅਕਾਲ ਪੁਰਖ ਦਰਗਾਹ ਦੇ ਵਿੱਚ ਜੇ ਬਖਸ਼ਿਸ਼ ਹੈ ਤੇ ਡੰਡ ਵੀ ਹੈ, ਜੇ ਸਜ਼ਾ ਵੀ ਹੈ ਤੇ ਰਹਿਮਤ ਵੀ ਹੈ। ਉਸ ਦੋਏ ਚੀਜ਼ਾਂ ਨੇ ਉਸ ਦਰਗਾਹ ਦੇ ਵਿੱਚ, ਤੇ ਤੂੰ ਪਤਾ ਨਹੀਂ ਕਿਹੜੀ ਹਿਰਸ ਰੱਖੀ ਫਿਰਦਾ ਹੈ। ਕਰੀ ਕਰਾਹੀ ਕਹਿ ਰਹੇ ਜੋ ਸਤਾਰ ਸਤਾਰੀ। ਇਸ ਵਾਸਤੇ ਔਰੰਗਜ਼ੇਬ, ਜੇ ਤੂੰ ਇੱਥੇ ਪਾਪ ਕਰੇਗਾ ਤੇ ਤੈਨੂੰ ਅਵਸ਼ ਡੰਡ ਮਿਲਣਾ ਸਾਧ ਸੰਗਤ 'ਚ। ਜੇ ਤੂੰ ਇੱਥੇ ਪੁੰਨ ਕਰੇਗਾ ਤੇ ਅਵਸ਼ ਤੈਨੂੰ ਭਗਵਾਨ ਦੀ ਰਾਹ 'ਚੋਂ ਬਖਸ਼ਿਸ਼ ਮਿਲੇਗੀ। ਇਸ ਗੱਲ ਨੂੰ ਯਾਦ ਰੱਖ। ਕਿੱਕਰ ਬੀਜੇ ਅੰਬ ਮਿਲੇ ਨਾ ਹੋਏ ਕਦਾਪੀ। ਇਹ ਕਿਸ ਤਰ੍ਹਾਂ ਹੋ ਸਕਦਾ ਸਾਧ ਸੰਗਤ 'ਚ? ਇਸ ਸੰਸਾਰ ਦੇ ਵਿੱਚ ਬੀਜਣਾ ਕਿੱਕਰ ਤੋਂ ਭਾਵ ਜਿਹਨੂੰ ਸੂਲਾਂ ਹੁੰਦੀਆਂ ਨੇ ਸਾਧ ਸੰਗਤ 'ਚ, ਉਹ ਕਿੱਕਰ ਬੀਜਣਾ ਤੇ ਆਖਣਾ ਵੀ ਕਿੱਕਰਾਂ ਨੂੰ ਅੰਬ ਲੱਗਣ ਸਾਧ ਸੰਗਤ 'ਚ। ਕਿਸ ਤਰ੍ਹਾਂ ਹੋਏ ਗੁਰੂ ਦੇ ਪਿਆਰੇ ਹੋ? ਤੁਸੀਂ ਪੜ੍ਹਦੇ ਹੋ ਨਾ ਗੁਰਬਾਣੀ, ਇਹ ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਸਾਧ ਸੰਗਤ ਬਾਬਾ ਫਰੀਦ ਕਹਿੰਦਾ, ਫਰੀਦਾ ਲੋੜੈ ਦਾਖ ਬਜੋਰੀਆਂ,
ਇਹ ਬਜੋਰ ਦੇਸ਼ ਹੈ, ਇੱਕ ਇਲਾਕਾ ਹੈ। ਉਸ ਇਲਾਕੇ ਦੀ ਜਿਹੜੀ ਦਾਖ ਹੈ ਨਾ, ਮੇਵਾ, ਉਹ ਬੜਾ ਮਸ਼ਹੂਰ ਹੈ ਸਾਧ ਸੰਗਤ 'ਚ। ਉਹ ਗੁਰੂ ਸਾਹਿਬਾਂ ਨੇ ਉਹਦਾ ਲੈ ਕੇ ਨਾ ਨਿਚੋੜ ਤੇ ਕਹਿੰਦੇ ਨੇ ਪਏ ਉਹ ਉਸ ਬਜੋਰ ਇਲਾਕੇ ਦੀ ਦਾਖ ਨੂੰ ਚਾਹੁੰਦਾ ਪਿਆ, ਤੇ ਬੀਜਦਾ ਕੀ ਹੈ ਪਿਆ? ਕਿੱਕਰ ਸਾਧ ਸੰਗਤ 'ਚ ਬੀਜਦਾ 16 ਪਿਆ, ਬੀਜਦਾ ਪਿਆ। ਤੇ ਕਹਿੰਦੇ ਨੇ ਕਿਸ ਤਰ੍ਹਾਂ ਉਹ ਦਾਖਾਂ ਪ੍ਰਾਪਤ ਹੋਣਗੀਆਂ ਗੁਰੂ ਦੇ ਪਿਆਰਿਓ। ਰੰਗਜ਼ੇਬ, ਜਿਹੜਾ ਤੂੰ ਇਹ ਕਹਿਣਾ ਕਰੇ ਭੈੜੇ ਕਰਮ ਤੇ ਫਲ ਆਖੇ ਚੰਗਾ ਸਾਧ ਸੰਗਤ 'ਚ, ਇਹ ਕਿਵੇਂ ਹੋਏਗਾ ਗੁਰੂ ਦੇ ਪਿਆਰਿਓ? ਇਸ ਵਾਸਤੇ ਰੰਗਜ਼ੇਬ, ਇਹ ਜਿਹੜਾ ਤੇਰੇ ਮਨ 'ਚ ਵਿਚਾਰ ਹੈ ਨਾ, ਜੇ ਆਖੇ ਆਦਮੀ ਵੀ ਕਿੱਕਰ ਬੀਜ ਕੇ ਤੇ ਮੈਨੂੰ ਅੰਬ ਲੱਗਣਗੇ ਤੇ ਮੈਨੂੰ ਅੰਬ ਪ੍ਰਾਪਤ ਹੋਣਗੇ, ਇਹ ਨਹੀਂ ਹੋਣਾ ਉਸ ਭਗਵਾਨ ਦੀ ਦਰਗਾਹ ਦੇ ਵਿੱਚੋਂ। ਜੈਸਾ ਬੀਜੈ ਲੁਣੇ ਸੋ ਜੋ ਕਰੀਏ ਆਪੀ। ਬਸ ਆਹ ਜੇ ਗੱਲ ਸਾਧ ਸੰਗਤ 'ਚ, ਇਸ ਸੰਸਾਰ 'ਚ ਰੰਗਜ਼ੇਬ ਜੈਸਾ ਤਾਂ ਕੋਈ ਵੀ ਸੰਸਾਰ 'ਚ ਬੀਜਦਾ ਗੁਰੂ ਦੇ ਪਿਆਰਿਓ, ਵੈਸੇ ਹੀ ਪ੍ਰਾਪਤ ਹੋਣਾ ਸਾਧ ਸੰਗਤ 'ਚ। ਇਹ ਤੱਤ ਹੈ ਗੁਰੂ ਦੀ ਸਾਧ ਸੰਗਤ ਜੀ। ਇਸ ਵਾਸਤੇ ਦਾਸ ਨੇ ਆਪ ਦੇ ਚਰਨ ਪ੍ਰਾਰਥਨਾ ਅਰਜ਼ ਕੀਤੀ ਸੀ ਵੀ ਇਸ ਸੰਸਾਰ ਦੇ ਵਿੱਚ ਇਹ ਜਿਹੜਾ ਕਿ ਮੌਤ ਹੈ, ਇਹ ਆਪਣੀ ਚੋਣ ਨਹੀਂ ਸਾਧ ਸੰਗਤ 'ਚ। ਜਿਹੜਾ ਕਿ ਜਨਮ ਹੈ, ਇਹ ਆਪਣੀ ਚੋਣ ਨਹੀਂ ਸਾਧ ਸੰਗਤ 'ਚ। ਜਿਹੜਾ ਕਿ ਜਨਮ ਤੋਂ ਲੈ ਕੇ ਮੌਤ ਦਾ ਵਿਚਲਾ ਹਿੱਸਾ ਜਿਹਨੂੰ ਆਪਾਂ ਜੀਵਨ ਕਹਿੰਦੇ ਆ, ਇਹ ਆਪਣੀ ਚੋਣ ਹੈ ਗੁਰੂ ਦੇ ਪਿਆਰਿਓ। ਇਸ ਜੀਵਨ ਦੇ ਵਿੱਚ ਜੋ ਤੁਹਾਡੀ ਮਰਜ਼ੀ ਤੁਸੀਂ ਕਰ ਸਕਦੇ ਹੋ ਸਾਧ ਸੰਗਤ 'ਚ। ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਪਹਿਲਾਂ ਬੁੱਧ ਦਿੱਤੀ ਹੈ ਗੁਰੂ ਦੇ ਪਿਆਰਿਓ, ਭਾਵ ਵਿਚਾਰ ਦਿੱਤੀ ਹੈ ਸਾਧ ਸੰਗਤ 'ਚ। ਉਸ ਬੁੱਧ ਦੇ ਨਾਲ, ਉਸ ਵਿਚਾਰ ਦੇ ਨਾਲ, ਉਸ ਅਕਲ ਦੇ ਨਾਲ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ ਕੇ ਬੁਝੀਐ ਤੇ ਅਕਲੀ ਕੀਚੈ ਦਾਨ, ਨਾਨਕ ਆਖੈ ਰਾਹੋਏ ਹੋਰ ਗੱਲਾਂ ਸ਼ੈਤਾਨ। ਸਾਧ ਸੰਗਤ 'ਚ ਭਾਵ ਦਾਸ ਨੇ ਆਪ ਦੇ ਚ ਚੰਗੀ ਤਰ੍ਹਾਂ ਪ੍ਰਾਰਥਨਾ ਕਰ ਦਿੱਤੀ ਸੀ ਸੱਜਣੋ। ਉਸ ਅਕਾਲ ਪੁਰਖ ਨੇ ਆਪਾਂ ਨੂੰ ਅੱਖਾਂ ਦਿੱਤੀਆਂ ਨੇ, ਉਸ ਅਕਾਲ ਪੁਰਖ ਨੇ ਆਪਾਂ ਨੂੰ ਜ਼ੁਬਾਨ ਦਿੱਤੀ ਹੈ, ਉਸ ਅਕਾਲ ਪੁਰਖ ਨੇ ਆਪਾਂ ਨੂੰ ਕੰਨ ਦਿੱਤੇ ਨੇ, ਉਸ ਅਕਾਲ ਪੁਰਖ ਨੇ ਆਪਾਂ ਨੂੰ ਹੱਥ ਦਿੱਤੇ ਨੇ, ਉਸ ਅਕਾਲ ਪੁਰਖ ਨੇ ਆਪਾਂ ਨੂੰ ਤੰਦਰੁਸਤ ਸਰੀਰ ਦਿੱਤਾ, ਪੈਰ ਦਿੱਤੇ ਨੇ। ਉਹਦੀ ਜ਼ਿੰਮੇਵਾਰੀ ਮੁੱਕ ਗਈ ਹੈ ਸਾਧ ਸੰਗਤ 'ਚ। ਹੁਣ ਜ਼ਿੰਮੇਵਾਰੀ ਸਾਡੀ ਆਪਣੀ ਹੈ ਗੁਰੂ ਦੇ ਪਿਆਰਿਓ। ਇਹਨਾਂ ਅੱਖਾਂ ਦੇ ਨਾਲ ਚੰਗਾ ਵੇਖਣਾ, ਮੰਦਾ ਵੇਖਣਾ, ਇਹ ਹੁਣ ਅਸੀਂ ਆਪ ਹੀ ਅਸੀਂ ਦੋਸ਼ੀ ਹਾਂ ਸਾਧ ਸੰਗਤ 'ਚ। ਭਗਵਾਨ ਨਿਰਦੋਸ਼ ਹੈ ਗੁਰੂ ਦੇ ਪਿਆਰਿਓ। ਇਹਨਾਂ ਕੰਨਾਂ ਦੇ ਨਾਲ ਚੰਗਾ ਸੁਣਨਾ, ਮਾੜਾ ਸੁਣਨਾ, ਭਗਵਾਨ ਨਿਰਦੋਸ਼ ਹੈ ਗੁਰੂ ਦੇ ਪਿਆਰਿਓ। ਇਸ ਜ਼ੁਬਾਨ ਦੇ ਨਾਲ ਚੰਗਾ ਬੋਲਣਾ, ਕਿਸੇ ਦਾ ਸਤਿਕਾਰ ਕਰਨਾ, ਕਿਸੇ ਦੀ ਬੇਇੱਜ਼ਤੀ ਕਰਨੀ, ਭਗਵਾਨ ਨਿਰਦੋਸ਼ ਹੈ ਗੁਰੂ ਦੇ ਪਿਆਰਿਓ। ਇਹਨਾਂ ਹੱਥਾਂ ਦੇ ਨਾਲ ਚੰਗਾ ਕਰਨਾ, ਮਾੜਾ ਕਰਨਾ, ਭਗਵਾਨ ਨਿਰਦੋਸ਼ ਹੈ ਗੁਰੂ ਦੇ ਪਿਆਰਿਓ। ਇਹਨਾਂ ਪੈਰਾਂ ਦੇ ਨਾਲ ਟੁਰ ਕੇ ਕੋਈ ਕਿਸੇ ਪ੍ਰਕਾਰ ਦਾ ਪਾਪ ਦਾ ਵਿਹਾਰ ਕਰਨਾ, ਭਗਵਾਨ ਨਿਰਦੋਸ਼ ਹੈ, ਆਪਾਂ ਦੋਸ਼ੀ ਹਾਂ ਸਾਧ ਸੰਗਤ 'ਚ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਗੁਰੂ ਦੇ ਪਿਆਰਿਓ, ਇਸ ਵਾਸਤੇ ਹਜ਼ੂਰ ਪਾਤਸ਼ਾਹ ਔਰੰਗਜ਼ੇਬ ਨੂੰ ਮੁਖਾਤਬ ਕਰਦੇ ਨੇ, ਪਰ ਔਰੰਗਜ਼ੇਬ ਇਸ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਦਾ ਕੋਈ ਬੀਜ ਬੀਜੇਗਾ ਨਾ, ਉਹਨੂੰ ਉਸ ਤਰ੍ਹਾਂ ਦਾ ਵੱਢਣਾ ਪਵੇਗਾ ਸਾਧ ਸੰਗਤ 'ਚ। ਉਹ ਹੀ ਵੱਢੇਗਾ ਗੁਰੂ ਦੇ ਪਿਆਰਿਓ। ਇਸ ਵਾਸਤੇ ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਕਹਿੰਦੇ ਨੇ ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲੱਖ ਸਿਗਾਰ ਬਣਾਇਆ, ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਨਸੀ, ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਣੇ ਮਾਹੇ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੈ, ਸਿਆਹ ਹੋਆ ਸੇਤ, ਜਿਹਾ ਬੀਜੈ ਸੋਲਣਾ, ਕਰਮਾ ਸੰਦੜਾ ਖੇਤ। ਸਾਧ ਸੰਗਤ 'ਚ ਇਸ ਵਾਸਤੇ ਗੁਰੂ ਦੇ ਪਿਆਰਿਓ, ਉਸ ਭਗਵਾਨ ਨੂੰ ਸਿਰਫ ਆਪਾਂ ਦੋਸ਼ ਦਿੰਦੇ ਹਾਂ, ਪਰ ਹੈ ਭਗਵਾਨ ਨਿਰਦੋਸ਼ ਗੁਰੂ ਦੇ ਪਿਆਰਿਓ। ਜੇ ਆਪਾਂ ਨੂੰ ਆਪਣੇ ਚੰਗੇ ਦਾ, ਮੰਦੇ ਦਾ, ਬੁਰੇ ਭਲੇ ਦਾ ਸਭ ਆਪਾਂ ਨੂੰ ਗਿਆਨ ਹੈ, ਤੇ ਜੇ ਆਪਾਂ ਇਸ ਸਰੀਰ ਦੇ ਵੱਸ ਹੋ ਕੇ, ਇਹਨਾਂ ਇੰਦਰੀਆਂ ਦੇ ਵੱਸ ਹੋ ਕੇ, ਇਸ ਲੋਭ ਲਾਲਚ ਦੇ ਵੱਸ ਕਰਨੇ ਆ, ਤੇ ਆਪਾਂ ਦੋਸ਼ੀ ਬਣਨੇ ਆ ਸਾਧ ਸੰਗਤ 'ਚ। ਇਸ ਵਾਸਤੇ ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਕਹਿੰਦੇ ਨੇ ਕਿੱਥੋਂ ਖਾਏ ਮੁਸਾਫਰਾ ਚੱਲ ਅੱਗੇ, ਰਸਤ ਬਸਤ ਨਾ ਕੁਝ ਪਚਾਈ ਹੋਈਏ, ਕਿੱਥੋਂ ਪਾਣੀ ਦੇ ਪੀਵੇਂ ਗਲਾਸ ਭਰ ਕੇ, ਚੂਲੀ ਇੱਕ ਨਾ ਹੱਥੀਂ ਪਲਾਈ ਹੋਈਏ, ਤੈਨੂੰ ਕਿਸ ਤਰ੍ਹਾਂ ਵਿੱਚ ਦਰਗਾਹ ਛੱਡਣ, ਛੁਰੀ ਜਿਨ੍ਹਾਂ ਦੇ ਗਲੇ ਚਲਾਈ ਹੋਈਏ, ਕਿੱਥੋਂ ਦਾਖ ਬਿਜੂਰੀਆਂ ਖਾਏ ਜੱਟਾ, ਵਾੜੀ ਜਦੋਂ ਧਰੇਕਾਂ ਦੀ ਲਾਈ ਹੋਈਏ, ਲੋਕ ਛਿਪ ਕੇ ਕਰੇ ਅਪਰਾਧ ਬਹੁਤੇ,
ਮਾਨੋ ਆਪਣੀ ਕਰੀ ਚਤਰਾਈ ਹੋਈਏ, ਐ ਪਰ ਖੁਫੀਆ ਪੁਲਿਸ ਦੇ ਨੌਕਰਾਂ ਨੇ ਡਾਇਰੀ ਵਿੱਚ ਦਰਗਾਹ ਪਹੁੰਚਾਈ ਹੋਈ ਹੈ। ਸਾਧ ਸੰਗਤ ਚ ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਕਹਿੰਦੇ ਨੇ ਜਿਹੜੇ ਕਿ ਖੁਫੀਆ ਪੁਲਿਸ ਦੇ ਨੌਕਰ ਨੇ, ਕਿਹੜੇ ਚਿੱਤਰ ਤੇ ਗੁਪਤ, ਇਹ ਸਾਰੇ ਆਪਣੀ ਡਾਇਰੀ ਦੇ ਹੀ ਜਾਂਦੇ ਨੇ ਪਏ। ਸਾਧ ਸੰਗਤ ਚ ਦਾਸ ਅਰਜ ਕਰ ਚੁੱਕਾ ਹੈ ਵੀ ਜਿਹੜਾ ਚਿੱਤਰ ਹੈ ਇਹ ਦਿਨ ਦੇ ਕਰਮ ਲਿਖਦਾ। ਸਾਧ ਸੰਗਤ ਚ ਜਿਹੜਾ ਗੁਪਤ ਹੈ ਇਨਸਾਨ ਦੇ ਰਾਤ ਦੇ ਕਰਮ ਲਿਖਦਾ ਹੈ। ਜਿਹੜਾ ਚਿੱਤਰ ਹੈ ਇਨਸਾਨ ਦੇ ਖੱਬੇ ਮੋਢੇ ਤੇ ਬੈਠਾ ਹੈ। ਜਿਹੜਾ ਗੁਪਤ ਹੈ ਜਿਹੜਾ ਚਿੱਤਰ ਹੈ ਇਨਸਾਨ ਦੇ ਸੱਜੇ ਮੋਢੇ ਤੇ ਬੈਠਾ ਹੈ। ਜਿਹੜਾ ਗੁਪਤ ਹੈ ਇਨਸਾਨ ਦੇ ਖੱਬੇ ਮੋਢੇ ਤੇ ਬੈਠਾ ਹੈ। ਜਦੋਂ ਮਰਜ਼ੀ ਕਰਮ ਕਰ ਲਓ ਤੁਸੀਂ ਗੁਰੂ ਦੇ ਪਿਆਰੇ ਹੋ। ਉਹ ਜਿਹੜੀ ਡਾਇਰੀ ਹੈ ਨਾ ਸਾਡੀ ਪਹੁੰਚੀ ਜਾਂਦੀ ਪਈ ਸਾਧ ਸੰਗਤ ਚ, ਨਾਲ ਦੇ ਨਾਲ ਪਹੁੰਚਾਈ ਜਾਂਦਾ ਪਿਆ ਗੁਰਬਾਣੀ ਦੇ ਅਨੁਸਾਰ, ਇਤਿਹਾਸ ਦੇ ਅਨੁਸਾਰ। ਸਾਧ ਸੰਗਤ ਜੀ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਰੰਗਜ਼ੇਬ ਜੇ ਤੂੰ ਇਹ ਪਾਪ ਕਰਨਾ ਪਿਆ ਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਬੀਜੈ ਬਿਖ ਮੰਗਾ ਅੰਮ੍ਰਿਤ ਵੇਖ ਹੋਏ ਨਿਆਉ। ਕਿਤਨੀ ਕਾਲੇ ਸੰਸਾਰ ਦੇ ਲੋਕ ਬੀਜ ਦੇ ਬਿਖ ਨੇ ਪਏ ਤੇ ਮੰਗਦੇ ਅੰਮ੍ਰਿਤ ਨੇ। ਸਾਧ ਸੰਗਤ ਚ ਕਿਸ ਤਰ੍ਹਾਂ ਪ੍ਰਾਪਤ ਹੋਏਗਾ ਗੁਰੂ ਦੇ ਪਿਆਰਿਓ। ਇਸ ਵਾਸਤੇ ਆਪਾਂ ਉਹ ਕਰਮ ਕਰੀਏ ਜਿਹਦੇ ਨਾਲ ਆਪਣਾ ਲੋਕ ਵੀ ਤੇ ਆਪਣਾ ਪ੍ਰਲੋਕ ਹੀ ਭਲਾ ਹੋਵੇ। ਰੰਗਜ਼ੇਬ ਕਿੱਕਰ ਬੀਜਣ ਦੇ ਨਾਲ ਅੰਬਾਂ ਦੀ ਪ੍ਰਾਪਤੀ ਨਹੀਂ ਹੋਵੇਗੀ। ਬਦਲਾ ਲੈਵੇ ਖਾਲਸਾ ਛੋੜੇ ਕਬ ਨਾਹੀ। ਗੱਲ ਕਹਿ ਦਿੱਤੀ ਹੈ ਸਾਧ ਸੰਗਤ ਚ, ਕਿਉਂਕਿ ਜਿਹੜੀ ਸੱਚੀ ਤੇ ਸੁੱਚੀ ਗੱਲ ਹਰੇਕ ਆਖ ਨਹੀਂ ਸਕਦਾ। ਸਾਧ ਸੰਗਤ ਚ ਬਸ ਇਹ ਵੱਡੀ ਤਾਕਤ ਹੈ ਗੁਰੂ ਦੇ ਪਿਆਰਿਓ। ਇਤਿਹਾਸ ਕਹਿੰਦਾ ਹੈ ਸ਼ੇਖੂਪੁਰੇ ਹੋਲਾ ਮੇਲਾ ਸੀ ਸਾਧ ਸੰਗਤ ਚ। ਉਹ ਸਮਾਂ ਐਸਾ ਸੀ ਜਦੋਂ ਕਿ ਇਸ ਨਾਮਧਾਰੀ ਪੰਥ ਦੇ ਬਹੁਤ ਪਾਬੰਦੀਆਂ ਸਨ। ਸਾਧ ਸੰਗਤ ਚ ਪ੍ਰਚਾਰ ਕਰਨ ਦਾ ਹਰ ਟਾਈਮ ਤੇ CID ਨਾ ਰਹਿੰਦੀ ਸੀ। CID ਸਦ ਜਾਂਦੀ ਨਹੀਂ ਸੀ ਗੌਰਮੈਂਟ ਦੇ ਪਾਸ ਵੀ ਹੁਣ ਆਹ ਬੋਲਦੇ ਨੇ ਪਏ, ਆਹ ਕਰਦੇ ਨੇ ਪਏ। ਇਸੇ ਤਰ੍ਹਾਂ ਸ਼ੇਖੂਪੁਰ ਹੋਲੇ ਦੇ ਵਿੱਚ ਨਾ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਰਬਾਰ ਸਜਿਆ। ਸਾਧ ਸੰਗਤ ਚ ਕਹਿੰਦੇ ਨੇ CID ਦਾ ਅਫਸਰ ਉੱਥੇ ਗਿਆ ਸੀ ਗੁਰੂ ਦੇ ਪਿਆਰਿਓ। ਮਹਾਤਮਾ ਕਹਿੰਦੇ ਨੇ ਇਹ ਜਦੋਂ ਪਿਆ ਨਾ ਭੋਗ ਸਾਧ ਸੰਗਤ ਜੀ ਤੇ ਸਾਰੇ ਆਪ ਆਪਣੇ ਨਾ ਗੁਨਾਹ ਬਖਸ਼ਾਣ ਲੱਗੇ। ਸਾਧ ਸੰਗਤ ਚ ਜਿਹੜਾ CID ਅਫਸਰ ਸੀ ਨਾ ਕਹਿੰਦਾ ਕਿਤਨੇ ਕਮਾਲ ਦੀ ਗੱਲ ਹੈ, ਕਿਤਨੇ ਕਮਾਲ ਦੀ ਗੱਲ ਹੈ। ਅਸੀਂ ਦੋਸ਼ੀ ਨੂੰ ਫੜ ਲੈਨੇ ਆ, ਚੋਰ ਨੂੰ ਫੜ ਲੈਨੇ ਆ, ਗੁਨਾਹੀ ਨੂੰ ਜਿਹੜਾ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਫੜ ਲੈਨੇ ਆ, ਫੜ ਕੇ ਇੰਨਾ ਮਾਰਨੇ ਆ, ਇੰਨਾ ਕੁੱਟਨੇ ਆ, ਉਹ ਫੇਰ ਨਹੀਂ ਮੰਨਦੇ। ਇੱਥੇ ਆ ਕੇ ਆਪਣੇ ਆਪ ਕਮਾਲ ਕਰੀ ਜਾਂਦੇ ਨੇ ਸਾਧ ਸੰਗਤ ਚ। ਕਹਿੰਦਾ ਕਿਤਨਾ ਕਮਾਲ ਹੈ, ਅਸੀਂ ਇੰਨਾ ਮਾਰਨੇ ਕੁੱਟਣਾ ਫੇਰ ਨਹੀਂ ਮੰਨਦੇ। ਤੇ ਇਹ ਇੱਕ ਐਸਾ ਦਰਬਾਰ ਹੈ ਇੱਥੇ ਆਪਣੇ ਆਪ ਹੀ ਆ ਕੇ ਹੱਥ ਜੋੜ ਕੇ ਮੰਨਦੇ ਪਏ ਆਹ ਗੁਨਾਹ ਕੇ ਸਾਨੂੰ ਮਾਫ ਕਰ ਦਿਓ। ਸਾਧ ਸੰਗਤ ਜੀ ਜਾ ਕੇ ਸਤਿਗੁਰਾਂ ਦੇ ਚਰਨਾਂ ਦਾ ਝੁਕ ਗਿਆ ਗੁਰੂ ਦੇ ਪਿਆਰੇ। ਇਸ ਉਦਾਸ ਪ੍ਰਾਰਥਨਾ ਕਰਦਾ ਪਿਆ। ਇਹ ਕੌਣ ਗੱਲ ਕਹਿੰਦਾ ਇੰਨੀ ਗੱਲ ਹਰੇਕ ਆਖ ਨਹੀਂ ਸਕਦਾ। ਸਾਧ ਸੰਗਤ ਚ ਇਹ ਰੰਗਜ਼ੇਬ ਇਸ ਗੱਲ ਦਾ ਮੇਰਾ ਤੇ ਖਿਆਲ ਦੇ ਜਿਹੜੀ ਮੈਂ ਤੈਨੂੰ ਗੱਲ ਕਹਿੰਦਾ ਹਾਂ ਪਿਆ। ਜੇ ਤੱਕ ਦੁੱਖ ਕਿਸ ਦਿਓਗੇ ਤੇ ਤੱਕ ਸੋ ਪਾਹੀ। ਜਿੰਨੇ ਕਿਸ ਨੂੰ ਦੁੱਖ ਦੇਗੋ ਤਾਂ ਪ੍ਰਾਪਤ ਤੁਹਾਨੂੰ ਪ੍ਰਾਪਤ ਹੋ ਜਾਣਾ। ਸਾਧ ਸੰਗਤ ਚ ਇਹ ਜਿਹੜਾ ਤੂੰ ਦੁੱਖ ਦੇਣਾ ਨਾ ਪਿਆ ਆਪਣੀ ਪ੍ਰਜਾ ਨੂੰ ਤੇ ਇਹਨਾਂ ਨੂੰ ਸਤਾਨਾ ਪਿਆ, ਇਹ ਤੈਨੂੰ ਦੁੱਖ ਦਾ ਫਲ ਜਿਹੜਾ ਹੈ ਤੈਨੂੰ ਅਵਸ਼ ਪ੍ਰਾਪਤ ਹੋਵੇਗਾ। ਰੰਗਜ਼ੇਬ ਗਜਲ ਰਬਾਈ ਗਨ ਲਿਖੀ ਪੇਕੰਬਰ ਪੁੰਜਾ। ਤੇਰੇ ਕੋਲ ਖਾਲਸੇ ਨੇ ਬਦਲਾ ਲੈਣਾ। ਸਾਧ ਸੰਗਤ ਚ ਇਸ਼ਾਰਾ ਕਰਤਾ ਗੁਰੂ ਦੇ ਪਿਆਰਿਓ। ਜਦੋਂ ਦਸਮੇਸ਼ ਪਾਤਸ਼ਾਹ ਇਸ ਪੰਜਾਬ ਦੀ ਧਰਤੀ ਤੋਂ ਚੱਲੇ ਨਾ ਨੰਦੇੜ ਸਾਹਿਬ ਨੂੰ ਸਾਧ ਸੰਗਤ ਜੀ, ਤੇ ਨੰਦੇੜ ਸਾਹਿਬ ਦੇ ਕੋਈ ਕਾਰਨ ਸੀ ਜਾਣ ਦਾ। ਰਸਤੇ ਵਿੱਚ ਨੇ ਇੱਕ ਨਰਾਇਣ ਦਿੱਲੀ ਤੋਂ ਅੱਗੇ ਗਏ ਤੇ ਇੱਕ ਨਰਾਇਣ ਦਾ ਸਾਧੂ ਦਾ ਜਾ ਕੇ ਡੇਰਾ ਲਾਇਆ। ਸਾਧ ਸੰਗਤ ਚ ਨਰਾਇਣ ਦਾ ਸਾਧੂ ਜਦ ਸੇਵਾ ਕੀਤੀ ਤੇ ਬੈਠੇ ਨਾ ਤੇ ਨਰਾਇਣ ਦਾ ਸਾਧੂ ਕਹਿੰਦੇ ਸੱਚੇ ਪਾਤਸ਼ਾਹ ਸਾਰੀ ਏਡੀ ਵਧੀਆ ਪੰਜਾਬ ਦੀ ਧਰਤੀ ਛੱਡ ਕੇ ਤੁਸੀਂ ਕਿਹੜੇ ਪਾਸੇ ਚੱਲ ਪਏ ਹੋ। ਦਸਮੇਸ਼ ਪਾਤਸ਼ਾਹ ਕਹਿੰਦੇ ਨੇ ਨਰਾਇਣ ਦਾਸ ਗੋਦਾਵਰੀ ਦੇ ਕੰਢੇ ਤੇ ਇੱਕ ਨੰਦੇੜ ਪਿੰਡ ਹੈ, ਅਸਾਂ ਉੱਥੇ ਪਹੁੰਚਣਾ। ਜਦੋਂ ਆਖਿਆ ਨਾ ਗੋਦਾਵਰੀ ਦੇ ਕੰਢੇ ਤੇ ਕਹਿੰਦੇ ਜੀ ਉੱਥੇ ਤੇ ਨਾ ਇੱਕ ਬਹੁਤ ਵੱਡਾ ਫਕੀਰ ਰਹਿੰਦਾ। ਸਾਧ ਸੰਗਤ ਚ ਬਹੁਤ ਵੱਡਾ ਫਕੀਰ ਰਹਿੰਦਾ। ਮਾਧੋ ਦਾਸ ਬੈਰਾਗੀ ਵੀ ਉਹਨੂੰ ਕਹਿੰਦੇ ਨੇ। ਤੇ ਮਹਾਰਾਜ ਉਹ ਤੇ ਆਏ ਗਏ ਸਿੱਖ ਸਾਧ ਦੀ ਬੜੀ ਬੇਇੱਜ਼ਤੀ ਕਰਦਾ, ਉਹਦਾ ਬੜਾ ਅਪਮਾਨ ਕਰਦਾ। ਇਸ ਵੇਲੇ ਇਸ ਹਿੰਦੁਸਤਾਨ ਦੀ ਧਰਤੀ ਤੇ ਉਹਦੇ ਬਰਾਬਰ ਜੰਤਰ ਤੇ ਮੰਤਰ ਤੇ ਤੰਤਰ ਚ ਕੋਈ ਪ੍ਰਪੱਕ ਨਹੀਂ ਹੋ ਸਕਿਆ। ਸਿੱਧੀਆਂ ਪ੍ਰਾਪਤ ਜਿਹਨਾਂ ਕਿ ਉਹ ਇਹਨਾਂ ਚ ਨਿਪੁੰਨ ਹੋ ਚੁੱਕਿਆ ਇਹਨਾਂ ਚ। ਸਾਧ ਸੰਗਤ ਚ ਜਦੋਂ ਇਸ ਨਰਾਇਣ ਦਾ ਸਾਧੂ ਨੇ ਆਖਿਆ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਨਰਾਇਣ ਦਾਸ ਮੈਂ ਤਾਂ ਚੱਲਿਆ ਹੀ ਉਹਦੇ ਵਾਸਤੇ ਆ। ਸਾਧ ਸੰਗਤ ਚ ਮੈਂ ਚੱਲੀ ਉਹਦੇ ਵਾਸਤੇ ਗੁਰੂ ਦੇ ਪਿਆਰੇ। ਸੱਚੇ ਪਾਤਸ਼ਾਹ ਪਹੁੰਚੇ ਨੰਦੇੜ। ਫਿਰ ਸਾਧ ਸੰਗਤ ਚ ਇੱਕ ਸਮਾਂ ਐਸਾ ਹੋਇਆ ਇਹ
ਮਾਧੋਦਾਸ ਬੈਰਾਗੀ ਇਹ ਆਪਣਾ ਡੇਰਾ ਛੱਡ ਕੇ ਤੇ ਕਿਤੇ ਤਪ ਕਰਦਾ ਸੀ ਪਿਆ ਬਾਹਰ ਡੇਰੇ ਤੋਂ ਜਾ ਕੇ। ਸੱਚੇ ਪਾਤਸ਼ਾਹ ਚਲੇ ਗਏ ਸਾਹ, ਜਾ ਕੇ ਪਲੰਗ ਤੇ ਬਹਿ ਗਏ। ਜਦੋਂ ਜਾ ਕੇ ਪਲੰਗ ਤੇ ਬਹਿ ਗਏ ਨਾ ਤੇ ਇਹਦੇ ਚੇਲਿਆਂ ਚਪਟਾਂ ਨੇ ਬੜਾ ਹਟਾਇਆ, ਪਰ ਦਸਮੇਸ਼ ਪਾਤਸ਼ਾਹ ਨੇ ਪ੍ਰਵਾਹ ਨਾ ਕੀਤੀ। ਜਾ ਕੇ ਬੈਰਾਗੀ ਨੂੰ ਆਖਿਆ, ਜਾ ਕੇ ਇਹਨੇ ਆਪਣੇ ਵੀਰ ਛੱਡੇ ਸਾਧ ਸੰਗਤ ਚ, ਪਰ ਉਹ ਜਿਹੜਾ ਮੰਜਾ ਉਲਟਾਉਣਾ ਚਾਹੁੰਦੇ ਸੀ ਨਾ ਪਏ, ਉਹ ਸਗੋਂ ਮਜ਼ਬੂਤ ਹੋਏ ਪਏ ਸਾਧ ਸੰਗਤ ਚ। 1 2 3 4 ਜਦੋਂ 5ਵੀਂ ਵਾਰੀ ਭੇਜੇ ਨੇ ਉਹਨਾਂ ਜਾ ਕੇ ਆਖਿਆ, ਜੇ ਤੂੰ ਆਪਣੀ ਚੰਗੀ ਚਾਹੁੰਦਾ ਨਾ ਜਾ ਕੇ ਉਹਦੇ ਕੋਲ ਖਿਮਾ ਮੰਗ ਲੈ ਜਾ ਕੇ ਸਾਧ ਸੰਗਤ ਚ। ਇਹ ਬੈਰਾਗੀ ਫਿਰ ਉੱਠਿਆ, ਗੁਰੂ ਦੇ ਪਿਆਰਿਓ, ਜਾ ਕੇ ਦਰਸ਼ਨ ਕੀਤਾ, ਜਾ ਕੇ ਚਰਨਾਂ ਤੇ ਝੁਕ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਤੂੰ ਕੌਣ ਹੈ? ਕਹਿੰਦਾ, ਜੀ ਮੈਂ ਬੰਦਾ। ਇਹ ਕਿਹਦਾ ਬੰਦਾ ਹੈ ਤੂੰ? ਇਹ ਜੀ ਮੈਂ ਆਪ ਦਾ ਬੰਦਾ ਹਾਂ। ਇਹ ਜਿਹੜਾ ਆਪ ਹੈ ਕੌਣ ਹੈ ਉਹ? ਕਹਿੰਦਾ, ਪਾਤਸ਼ਾਹ ਇਸ ਸੰਸਾਰ ਦੇ ਵਿੱਚ ਮੇਰੇ ਵੀਰਾਂ ਦੇ ਅੱਗੇ ਖਲੋਣ ਦੀ ਕਿਸੇ ਦੀ ਤਾਕਤ ਨਹੀਂ। ਕੀ ਤੁਸੀਂ ਗੁਰੂ ਗੋਬਿੰਦ ਸਿੰਘ ਤੇ ਨਹੀਂ ਕਿਤੇ? ਕਹਿੰਦੇ, ਹਾਂ ਮੈਂ ਉਹੀ ਹਾਂ। ਕਹਿੰਦਾ, ਬਸ ਉਹਦਾ ਹੀ ਬੰਦਾ ਮੈਂ ਸਾਧ ਸੰਗਤ ਚ। ਉਹਦਾ ਨਾਂ ਫਿਰ ਗੁਰਬਖਸ਼ ਸਿੰਘ ਸੱਚੇ ਪਾਤਸ਼ਾਹ ਨੇ ਰੱਖਿਆ ਸਾਧ ਸੰਗਤ ਜੀ। ਮਰਜ਼ ਕਰਦਾ ਕਾਹਦੇ ਵਾਸਤੇ? ਇਹਨੂੰ ਫਿਰ ਬੰਦੇ ਬਹਾਦਰ ਨੂੰ ਦਸਮੇਸ਼ ਪਾਤਸ਼ਾਹ ਨੇ ਤਾਂ ਬਦਲਾ ਲੈਣ ਵਾਸਤੇ ਭੇਜਿਆ, ਜਿਹੜਾ ਕਿ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਗੱਲ ਲਿਖੀ ਆ ਨਾ ਵੀ ਬਦਲਾ ਲੈਵੇ ਖਾਲਸਾ ਸਾਧ ਸੰਗਤ ਜੀ। ਇਹ ਬਦਲਾ ਲੈਣ ਦੇ ਵਾਸਤੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਵਾਸਤੇ ਇਹ ਫਿਰ ਬੰਦੇ ਬਹਾਦਰ ਨੂੰ ਉੱਥੋਂ ਨੰਦੇੜ ਤੋਂ ਹਜੂਰ ਸਾਹਿਬ ਤੋਂ ਭੇਜਿਆ ਸਾਧ ਸੰਗਤ ਨੇ। ਫਿਰ ਖੂਬ ਭਾਵੇਂ 7 ਸਾਲ ਰਿਹਾ ਪੰਜਾਬ ਚ ਸਾਧ ਸੰਗਤ ਚ। ਜਿਵੇਂ ਪਾਣੀ ਦਾ ਹੜ ਫਿਰਦਾ ਨਾ, ਇਸ ਤਰ੍ਹਾਂ ਦਾ ਬੰਦਾ ਫਿਰਿਆ ਫਿਰ ਗੁਰੂ ਦੇ ਪਿਆਰੇ। ਤੋਂ ਬਾਅਦ ਦਹਾਈ ਮਚਾਤੀ ਸਾਧ ਸੰਗਤ ਜੀ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਰੰਗਜ਼ੇਬ ਤੈਨੂੰ ਮਾਫ ਨਹੀਂ ਕਰਨਾ ਸਾਧ ਸੰਗਤ ਚ। ਤੇ ਜੇ ਇੱਥੇ ਨਾ ਕੁਛ ਬਣਿਆ, ਤੂੰ ਚੱਲ ਮੈਂ ਤੈਨੂੰ ਦਰਗਾਹ ਤੇਰੇ ਪਿੱਛੇ ਆਇਆ ਸਾਧ ਸੰਗਤ, ਉੱਥੇ ਤੈਨੂੰ ਪੁੱਛਾਂਗਾ ਜਾ ਕੇ ਗੁਰੂ ਦੇ ਪਿਆਰੇ। ਇਹ ਵੀ ਤੁਸੀਂ ਸੁਣ ਚੁੱਕੇ ਹੋ ਸਾਧ ਸੰਗਤ ਜੀ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰੰਗਜ਼ੇਬ ਨੂੰ ਇਹ ਚੇਤਾਵਨੀ, ਇਹ ਸੂਚਨਾ, ਇਹ ਉਪਦੇਸ਼ ਦੇ ਰਹੇ ਹਨ। ਤੁਹੇ ਸਹਾਇਕ ਕੋ ਨਹੀਂ ਮਾਨ ਪਰ ਜਮ ਪਰ ਪੰਜਾ। ਇਸ ਵਾਸਤੇ ਰੰਗਜ਼ੇਬ ਤੇਰੀ ਕਿਸੇ ਪੀਰ ਪੈਗੰਬਰ ਨੇ ਸਹਾਇਤਾ ਨਹੀਂ ਕਰਨੀ, ਜਦੋਂ ਕਿ ਤੂੰ ਕਿਸੇ ਪੀਰ ਪੈਗੰਬਰ ਦੀ ਮੰਨਦਾ ਹੀ ਨਹੀਂ ਪਿਆ ਸਾਧ ਸੰਗਤ ਚ। ਆਪਣੀ ਮਾਣਾ ਹੀ ਕਰਨਾ ਪਿਆ ਗੁਰੂ ਦੇ ਪਿਆਰਿਓ। ਤੇਰੀ ਕੌਣ ਤੇਰੀ ਸਿਫਾਰਿਸ਼ ਕਰੇਗਾ? ਜਿਨ ਕੋ ਪੜ ਗੈਰਤ ਕਰੇ ਨਿਜ ਲਖਾ ਡਠਾਈ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਐਸੀ ਪੱਤਰਕਾਰ ਲਿਖ ਦਿੱਤੀ ਜਿਹਨੂੰ ਕਿ ਪੜ੍ਹ ਕੇ ਰੰਗਜ਼ੇਬ ਨੂੰ ਪਤਾ ਲੱਗ ਜਾਏ ਕਿ ਮੈਂ ਆਹ ਕੰਮ ਸੰਸਾਰ ਤੇ ਕੀਤਾ ਹੈ। ਮਰੇ ਬੇਸੂਰ ਸਮਝ ਕੇ ਗੁਰ ਲਿਖ ਸਮਝਾਈ। ਲੋ ਸਾਧ ਸੰਗਤ ਜੀ, ਜਿਹੜਾ ਦਾਸ ਨੇ ਪ੍ਰਾਰਥਨਾ ਕੀਤੀ ਸੀ ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਹੜਾ ਕਿ ਦੀਨੇ ਪਿੰਡ ਦੇ ਵਿੱਚ ਸ਼ਮੀਰੇ, ਲਖਮੀਰੇ ਤੇ ਤਖਤੂ ਮੱਲ ਇਹ ਮੁਸਲਮਾਨ ਦੇ ਪਾਸ ਰਹਿੰਦੇ ਆ, ਇਹ ਸਾਧ ਸੰਗਤ ਜੋ ਆਖਿਆ ਸੀ ਸਾਧ ਸੰਗਤ ਜੀ ਭਈ ਔਰੰਗਜ਼ੇਬ ਦਾ ਕਾਲ ਆ ਗਿਆ ਸਾਧ ਸੰਗਤ ਚ। ਇਹ ਦੱਸੋ ਕਿ ਕਲਮ ਨਾਲ ਮਾਰਾਂ ਕਿ ਤਲਵਾਰ ਨਾਲ ਮਾਰਾਂ ਸਾਧ ਸੰਗਤ ਚ। ਜਦੋਂ 1 ਵਾਰੀ 2 ਵਾਰੀ 3 ਵਾਰੀ ਆਖਿਆ ਤੇ ਸਾਧ ਸੰਗਤ ਜੋ ਆਵਾਜ਼ ਆਈ ਸੱਚੇ ਪਾਤਸ਼ਾਹ, ਜੇ ਤੁਸੀਂ ਉਸ ਨੂੰ ਜੇ ਜਿਹੜਾ ਗੁੜ ਦੇਣ ਨਾ ਮਰ ਜਾਏ ਉਹਨੂੰ ਜ਼ਹਿਰ ਜ਼ਰੂਰ ਦੇਣਾ ਹੈ। ਜੇ ਤੁਸੀਂ ਉਸ ਨੂੰ ਕਲਮ ਨਾਲ ਮਾਰ ਦਿਓ ਅਸੀਂ ਜ਼ਰੂਰ ਮੈਦਾਨੀ ਜੰਗ ਕਰਨੇ ਨੇ। ਇਹ ਜਿਹੜਾ ਸੀ ਤੁਹਾਡੇ ਜਫਰਨਾਮਾ ਆਹ ਚਿੱਠੀ ਲੈ ਕੇ ਭੇਜੀ ਦਸਮੇਸ਼ ਪਾਤਸ਼ਾਹ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੇ ਹੱਥੀਂ ਸਾਧ ਸੰਗਤ ਜੀ। ਜਦੋਂ ਅਹਿਮਦਾਨਗਰ ਦੇ ਵਿੱਚ ਇਹ ਮੇਲ ਹੋਇਆ, ਇਹ ਚਿੱਠੀ ਪੜ੍ਹੀ ਤੇ ਜਿਸ ਤਰ੍ਹਾਂ ਕਿਸੇ ਦਾ ਹਲਟ ਫੇਲ ਹੁੰਦਾ ਹੈ ਨਾ, ਜਿਹੜਾ ਮਰਜ਼ ਕੀਤੀ ਸੀ ਨਾ ਤੁਹਾਡੇ ਚ ਨਚਿਕ ਦੇਣਾ ਭਈ ਕਹਿ ਰਵਿਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਸਾਧ ਸੰਗਤ ਚ। ਇਹ ਜੋ ਵੀ ਇਹ ਜ਼ਿੰਦਗੀ ਦੇ ਵਿੱਚ ਇਹ ਮਨੁੱਖ ਵੇਖਦਾ ਇਹਦੇ ਸਾਹਮਣੇ ਜਿਹੜੇ ਚਿੱਤਰ ਤੇ ਗੁਪਤ ਨੇ ਇਹਦਾ ਸਾਰਾ ਜੀਵਨ ਦਾ ਕੀਤਾ ਕਿ ਅੱਗੇ ਕਰ ਦਿੰਦੇ ਨੇ ਸਾਧ ਸੰਗਤ ਚ। ਵੀ ਆਹ ਤੂੰ ਕੀਤਾ ਸਾਰੀ ਜ਼ਿੰਦਗੀ ਦੇ ਵਿੱਚ। ਮਨੁੱਖ ਦੀ ਕਿਸੇ ਦੀ ਜੰਗਲ ਨਿਕਲ ਜਾਂਦਾ ਹੈ, ਕਿਸੇ ਦਾ ਪਿਸ਼ਾਬ ਨਿਕਲ ਜਾਂਦਾ ਹੈ, ਕਿਸੇ ਦਾ ਪ੍ਰਾਣ ਨਿਕਲ ਜਾਂਦੇ ਨੇ, ਕੋਈ ਹੱਥ ਪੈਰ ਮਾਰਨ ਲੱਗ ਪੈਂਦਾ, ਕਿਸੇ ਦਾ ਰੰਗ ਨੀਲਾ ਕਾਲਾ ਪੀਲਾ ਹੋ ਜਾਂਦਾ ਹੈ। ਉਹ ਵੇਖ ਕੇ ਤੇ ਸਾਧ ਸੰਗਤ ਚ ਇਸੇ ਤਰ੍ਹਾਂ ਰੰਗਜ਼ੇਬ ਦੇ ਪੱਤਰਕਾ ਪੜ੍ਹੀ ਸੁਣੀ ਨਾ, ਮੇਰੇ ਕੋ ਆ ਵੀ ਕੀਤਾ ਮੈਂ, ਆ ਵੀ ਕੀਤਾ ਮੈਂ, ਆ ਵੀ ਮੇਰੇ ਕੋ ਹੋ ਗਿਆ, ਪ੍ਰਾਣ ਨਿਕਲ ਗਏ ਸਾਧ ਸੰਗਤ ਚ। ਇਸ ਕਲਮ ਦੀ ਮਾਰ ਗੁਰੂ ਦੇ ਪਿਆਰਿਓ। ਇਸ ਉਦਾਸ ਪ੍ਰਾਰਥਨਾ ਕਰਦਾ ਪਿਆ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਤੇ ਸੱਚਾ ਦਰਬਾਰ ਸਾਧ ਸੰਗਤ ਚ। ਸਾਰੇ ਕਰਮਾਂ ਦੇ ਵਿਚਾਰ ਵਿੱਚ ਤੇ ਸੱਚਾ ਹੀ ਆਪ ਹੈ ਤੇ ਸੱਚੇ ਉਹਦਾ ਦਰਬਾਰ ਹੈ। ਤੇ ਕਹਿੰਦੇ ਨੇ ਤਿੱਥ ਸੁਣ ਪੰਚ ਪ੍ਰਵਾਨ, ਉਥੇ ਪੰਚਪੁਰ ਸੋਹਣੇ ਲੱਗਣਗੇ ਜਿਹੜੇ ਸਤ ਸੰਤੋਖ ਧੀਰਜ ਧਰਮ ਵਿਚਾਰ ਨੂੰ ਗ੍ਰਹਿਣ ਕਰਦੇ ਨੇ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਕੱਚ ਪਕਾਈ ਉਥੇ ਪਾਏ,
ਉੱਥੇ ਤੋਂ ਬਚ ਕੇ ਦਰਗਾਹ ਦਾ ਸਾਧ ਸੰਗਤ ਚ, ਕੱਚਿਆਂ ਦੀ ਕਚਿਆਈ ਤੇ ਪੱਕਿਆ ਪਕਿਆਈ ਦਾ ਉੱਥੇ ਨਿਰਣਾ ਹੋਵੇਗਾ ਸਾਧ ਸੰਗਤ ਚ। ਤੇ ਕਹਿੰਦੇ ਨੇ ਨਾਨਕ ਗਿਆ ਜਾਪੈ ਜਾਏ, ਉੱਥੇ ਤਾਰੀਖ ਨਹੀਂ ਪੈਣੀ ਕੋਈ ਸਾਧ ਸੰਗਤ ਜੀ, ਜਾਂਦੇ ਫੈਸਲਾ ਹੋ ਜਾਣਾ ਗੁਰੂ ਦੇ ਪਿਆਰਿਓ ਕਿ ਨੇੜੇ ਕਿ ਦੂਰ ਸਾਧ ਸੰਗਤ ਚ। ਇੱਕ ਤੇ ਭਗਵਾਨ ਦੇ ਨਾਲ ਹੀ ਮਿਲ ਗਏ, ਭਗਵਾਨ ਦਾ ਰੂਪ ਧਾਰਨ ਕਰ ਗਏ, ਦੂਜੇ 84 ਲੱਖ ਜੂਨ ਚ ਦੂਰ ਸੁੱਟੇ ਗਏ ਸਾਧ ਸੰਗਤ ਚ। ਇਸ ਵਾਸਤੇ ਆਪ ਸਾਰੇ ਸੱਜਣਾ ਦੇ ਚਰਨਾਂ ਚ ਬੇਨਤੀ ਹੈ, ਆਪ ਜੀ ਨੂੰ ਦਸਮੇਸ਼ ਪਾਤਸ਼ਾਹ ਜੀ ਨੇ ਲਿਖਿਆ ਹੋਇਆ ਖਤ, ਜਿਹਨੂੰ ਆਪਾਂ ਜਫਰਨਾਮਾ ਕਹਿੰਦੇ ਆ, ਜਿਹਨੂੰ ਆਪਾਂ ਜਿੱਤ ਦੀ ਚਿੱਠੀ ਕਹਿੰਦੇ ਆ, ਜਿਹਨੂੰ ਆਪਾਂ ਸ਼ਤਰੂ ਤੇ ਜਿੱਤ ਕਹਿੰਦੇ ਆ, ਇਹ ਲਿਖ ਕੇ ਤੇ ਔਰੰਗਜ਼ੇਬ ਨੇ ਗੁਰੂ ਦੇ ਪਿਆਰਿਓ ਜਿਹੜਾ ਕਿ ਹਿੰਦੁਸਤਾਨ ਦਾ ਬਾਦਸ਼ਾਹ ਕੀਤੇ ਕਰਮ ਸਨ ਅੱਗੇ ਆਏ, ਪ੍ਰਾਣ ਨਿਕਲ ਗਏ ਸਾਧ ਸੰਗਤ ਚ। ਇਸ ਵਾਸਤੇ ਦਾ ਪ੍ਰਾਰਥਨਾ ਕਰਦਾ ਸੱਜਣੋ, ਚੰਗਾ ਮੰਦਾ ਬੁਰਾ ਭਲਾ ਜਿਹੜਾ ਆਪਾਂ ਬੀਜਨੇ ਪਏ ਉਹਨੇ ਅਵਸ਼ ਆਪਣੇ ਅੱਗੇ ਆਉਣਾ। ਇਸ ਵਾਸਤੇ ਆਪਾਂ ਸ਼ੁਭ ਕਰਮ ਕਰੀਏ, ਜਿਹੜਾ ਕਿ ਧਰਮ ਕਰਮ ਕਰੀਏ, ਜਿਹਦੇ ਨਾਲ ਆਪਣਾ ਲੋਕ ਵੀ ਆਪਣਾ ਪ੍ਰਲੋਕੀ ਸਫਲ ਹੋਵੇ। ਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਰੇ ਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਭ ਦਿਓ, ਇਹਨੂੰ ਸਾਰੇ ਮਾਨ ਤੇ ਸਤਿਕਾਰ ਕਰਨਗੇ। ਇਸ ਵਾਸਤੇ ਸੱਚੇ ਕਿਰਪਾ ਦੇ ਨਾਲ ਉਹ ਆਪਾਂ ਬੀਜੀਏ, ਆਪਣੇ ਚ ਉਹ ਖੁਸ਼ਬੂ ਪੈਦਾ ਕਰੀਏ ਜਿਹਦੇ ਨਾਲ ਆਪਣਾ ਲੋਕ ਵੀ ਤੇ ਆਪਣਾ ਪ੍ਰਲੋਕੀ ਸਫਲ ਹੋਵੇ। ਅੱਗੇ ਜਿਵੇਂ ਆਪ ਸਰਵਣ ਕਰੋਗੇ, ਦਾਸ ਇੱਥੇ ਬਖਸ਼ਿਸ਼ ਮੰਗਦਾ ਹੈ, ਆਈ ਸਾਸ ਨੂੰ ਜੀਆਂ ਆਖਦਾ, ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। ਧੰਨ ਸ੍ਰੀ ਸਤਿਗੁਰੂ ਜਗਜੀਤ। हे अच्युत हे पार ब्रह्म अबनासी अगनास, हे पूर्ण हे सर्ब में दुख भंजन गुणता, हे संगी हे निरंकार हे निर्गुण सबटे, हे गोविंद हे गुण निदान जाके सदा भवे, हे अपरंपर हर हरे है पियो हे संता कै सदा संग निधाराया दा, हे ठाकुर हाँ दासरो मैं निर्गुण गुण नहीं को, नानक दीजै जय नाम दान राखो ये परो, यही कुल ते प्रगट होए ताही कुल को गुण नाम, द्वादश गुरिंड को